ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹਲਾ ਪਹਿਲਾ। ਘਰ ਦੂਜਾ ਮੋਰੀ ਰੋਣ ਝੁਣ ਲਾਇਆ। ਭੈਣੇ ਸਾਵਣ ਆਇਆ। ਤੇਰੇ ਮੁੰਦ ਕਟਾਰੇ ਜੀਵੜਾ। ਤਿਨ ਲੋਭੀ ਲੋਭ ਲੁਭਾਇਆ। ਮੋਰੀ ਰੋਣ ਝੁਣ ਲਾਇਆ। ਭੈਣੇ ਸਾਵਣ ਆਇਆ। ਤੇਰੇ ਮੁੰਦ ਕਟਾਰੇ ਜੀਵੜਾ। ਤਿਨ ਲੋਭੀ ਲੋਭ ਲੁਭਾਇਆ। ਤੇਰੇ ਦਰਸ਼ਨ ਵਿਟੋ ਖੰਨੀਐ ਵੰਝਾਂ। ਤੇਰੇ ਨਾਮ ਵਿਟੋ ਕੁਰਬਾਨੋ। ਜਾ ਤੂੰ ਤਾ ਮੈਂ ਮਾਨ ਕੀਆ ਹੈ। ਤੁਧ ਬਿਨ ਕਿਹਾ ਮੇਰਾ ਮਾਣੋ। ਤੇਰੇ ਦਰਸ਼ਨ ਵਿਟੋ ਖੰਨੀਐ ਵੰਝਾਂ। ਤੇਰੇ ਨਾਮ ਵਿਟੋ ਕੁਰਬਾਨੋ। ਜਾ ਤੂੰ ਤਾ ਮੈਂ ਮਾਨ ਕੀਆ ਹੈ। ਤੁਧ ਬਿਨ ਕਿਹਾ ਮੇਰਾ ਮਾਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅੰਮ੍ਰਿਤ ਰੂਪ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਭਾਵਨਾ ਸ਼ਰਧਾ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ਿਸ਼ ਕੀਤੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਮੁੱਚੀ ਲੋਕਾਈ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਜੋ ਅਸਥਾਨਾਂ ਦੀ ਮਰਜ਼ਾਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ
ਆਏ ਹੋਏ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸ਼ਰਵਣ ਕਰਦੇ ਹਾਂ। ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਜੋ ਸਤਿਗੁਰੂ ਪਾਤਸ਼ਾਹ ਜੀ ਸ੍ਰੀ ਮੁਖ ਵਾਕ ਦੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹਲਾ ਪਹਿਲਾ ਘਰ ਦੂਜਾ। ਵਡ ਹੰਸ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦਾ ਗਾਇਨ ਕਰਨ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਨਾਲ ਹੀ ਢੰਗ ਵੀ ਲਿਖ ਦਿੱਤਾ ਕਿ ਘਰ ਦੂਜਾ। ਜਦੋਂ ਸੰਗੀਤ ਦੀ ਨਿਯਮਾਵਲੀ ਅਨੁਸਾਰ ਸੁਰ ਅਤੇ ਤਾਲ ਦਾ ਮੇਲ ਕਰਕੇ ਸ਼ਬਦ ਨੂੰ ਰਾਗੀ ਸਿੱਖਾਂ ਰਾਗੀ ਸਿੰਘਾਂ ਨੇ ਗਾਉਣਾ ਹੈ, ਤਾਂ ਇਸ ਸ਼ਬਦ ਨੂੰ ਦੂਸਰੇ ਘਰ ਤਾਲ ਦੇ ਵਿੱਚ ਪਾ ਕਰਕੇ ਗਾਇਆ ਜਾਵੇਗਾ। ਅੱਜ ਦਾ ਪਾਵਨ ਸ੍ਰੀ ਮੁਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 557 ਅਤੇ 58 ਅੰਗ ਦੇ ਉੱਪਰ ਸੁਭਾਏਮਾਨ ਹੈ। ਮੋਰੀ ਰੋਣ ਝੁਨ ਲਾਇਆ ਭੈਣੇ ਸਾਵਣ ਆਇਆ। ਇਸ ਪਾਵਨ ਸ਼ਬਦ ਦੀ ਜੋ ਉਥਾਨਕਾ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮਾਸੀ ਜੀ ਦੇ ਪੁੱਤਰ ਭਾਈ ਰਾਮ ਥੰਮਣ ਜੀ, ਜਿਨ੍ਹਾਂ ਦੇ ਦੋ ਤਪ ਸਥਾਨ ਦਰਸ਼ਨ ਹੁੰਦੇ, ਇੱਕ ਕਸੂਰ ਦੇ ਵਿੱਚ ਹੈ, ਇੱਕ ਬਟਾਲੇ ਦੇ ਲਾਗੇ ਉਹਨਾਂ ਦਾ ਅਸਥਾਨ ਬਣਿਆ ਹੋਇਆ। ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮਾਸੀ ਲਖੋ ਜੀ ਦੇ ਪੁੱਤਰ ਸਨ। ਬੜੇ ਭਜਨੀਕ ਆਤਮਾ ਸੀ, ਪਰਮਾਤਮਾ ਵਾਹਿਗੁਰੂ ਦੀ ਬੰਦਗੀ ਦੇ ਤਤਪਰ ਰਹਿੰਦੇ। ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣ ਦੀ ਬਹੁਤ ਤੀਬਰ ਇੱਛਾ ਸੀ ਮਨ ਦੇ ਵਿੱਚ। ਬੜੇ ਇਹਨਾਂ ਨੇ ਸਾਧਨ ਕੀਤੇ, ਬਹੁਤ ਕਮਾਈ ਕੀਤੀ ਜ਼ਿੰਦਗੀ ਵਿੱਚ ਕਿ ਪਰਮਾਤਮਾ ਵਾਹਿਗੁਰੂ ਜੀ ਵਿੱਚ ਕਿਵੇਂ ਨਾ ਕਿਵੇਂ ਲੀਨਤਾ ਬਣ ਜਾਵੇ। ਜਿਸ ਵੇਲੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਬਾਬਾ ਰਾਮ ਥੰਮਣ ਜੀ ਦਾ ਮਿਲਾਪ ਹੋਇਆ। ਉੱਥੇ ਕੁਝ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖੇ ਨੇ। ਸਤਿਗੁਰੂ ਜੀ ਪੁੱਛਦੇ ਨੇ ਕਿ ਆਪ ਜੀ ਦੀ ਅਵਸਥਾ ਕੈਸੀ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨਾਲ ਕਦੇ ਮਿਲਾਪ ਹੋਇਆ ਤਾਂ ਉੱਥੇ ਬਾਬਾ ਰਾਮ ਥੰਮਣ ਜੀ ਨੇ ਬਚਨ ਆਖੇ ਸਨ ਕਿ ਇੱਕ ਵਾਰ ਸਮਾਧੀ ਵਿੱਚ ਬੈਠਿਆਂ ਹੋਇਆਂ ਚਿੱਤ ਦੀ ਵਿਰਤੀ ਜਦੋਂ ਇਕਾਗਰ ਹੋਈ ਤੇ ਉਸ ਵਿੱਚ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਝਲਕਾਰਾ ਪਿਆ। ਮਨ ਦੇ ਵਿੱਚ ਆਇਆ ਵੀ ਮਨਾ ਤੈਨੂੰ ਤੇ ਪਰਮਾਤਮਾ ਮਿਲ ਗਿਆ। ਜਦੋਂ ਇੰਨਾ ਮਨ ਵਿੱਚ ਇਹ ਫੁਰਨਾ ਬਣਿਆ ਕਿ ਤੈਨੂੰ ਪਰਮਾਤਮਾ ਮਿਲ ਗਿਆ, ਤੂੰ ਪਰਮੇਸ਼ਰ ਨੂੰ ਮਿਲ ਗਿਆ, ਉਸੇ ਵੇਲੇ ਸਰੂਪ ਜਿਹੜਾ ਸੀ ਚਿੱਤ ਦੀ ਵਿਰਤੀ ਚੋਂ ਅਲੋਪ ਹੋ ਗਿਆ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਫਿਰ ਉਸ ਤੋਂ ਬਾਅਦ ਉਹ ਅਵਸਥਾ ਮੁੜ ਕਰਕੇ ਨਹੀਂ ਬਣੀ। ਮੁੜ ਕੇ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਨਹੀਂ ਹੋਏ। ਤੇ ਇਹ ਐਸੀ ਅਵਸਥਾ ਸੁਣ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਗੁਰਬਾਣੀ ਦਾ ਸ਼ਬਦ ਬਾਬਾ ਰਾਮ ਥੰਮਣ ਜੀ ਦੇ ਪ੍ਰਥਾਏ ਉਚਾਰਨ ਕੀਤਾ। ਇਹਦੇ ਭਾਵੇਂ ਦੋ ਅਰਥ ਕੀਤੇ ਜਾਂਦੇ, ਇੱਕ ਬਾਹਜ ਅਰਥ ਹੈ ਤੇ ਇੱਕ ਅੰਤਰੀਵ ਅਰਥ ਹੈ। ਸਮਾਂ ਬੜਾ ਸੀਮਤ ਹੋਣ ਕਰਕੇ ਸ਼ਬਦ ਵੀ ਲੰਮੇਰਾ ਹੈ। ਦੋਨੇ ਹੀ ਅਰਥਾਂ ਨੂੰ ਸਾਂਝੇ ਰੂਪ ਦੇ ਵਿੱਚ ਲਿਆ ਜਾਵੇਗਾ।
ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਇਹ ਪਾਵਨ ਜਦੋਂ ਸ਼ਬਦ ਉਚਾਰਿਆ ਤੇ ਸਤਿਗੁਰਾਂ ਨੇ ਇੱਕ ਸਾਵਣ ਦੇ ਮਹੀਨੇ ਦਾ ਅਲੰਕਾਰ ਇੱਥੇ ਰੱਖਿਆ ਹੈ ਕਿ ਭੈਣੇ ਸਾਵਣ ਆਇਆ। ਇੱਕ ਮਹਾਤਮਾ ਜਿਹੜਾ ਹੈ ਉਹ ਅਕਾਲ ਪੁਰਖ ਪਰਮਾਤਮਾ ਨਾਲ ਮਿਲਿਆ ਹੋਇਆ ਜਗਿਆਸੂ ਦੇ ਨਾਲ ਉਹਦਾ ਵਾਰਤਾਲਾਪ ਹੋ ਰਿਹਾ ਕਿ ਹੇ ਮੇਰੀ ਭੈਣ ਦੀ ਨਿਆਈ ਸਤਿਕਾਰਯੋਗ ਮਹਾਤਮਾ, ਜਿਸ ਵੇਲੇ ਸਾਵਣ ਦਾ ਮਹੀਨਾ ਜਿਵੇਂ ਪ੍ਰਤੱਖ ਦੁਨੀਆ ਵਿੱਚ ਆਉਂਦਾ 12 ਮਹੀਨੇ ਸਾਲ ਦੇ ਬਣਦੇ ਨੇ, ਉਸ ਵੇਲੇ ਸਾਵਣ ਦੇ ਮਹੀਨੇ ਕਾਲੀਆਂ ਘਟਾਵਾਂ ਚੜ੍ਹ ਕਰਕੇ ਆਉਂਦੀਆਂ, ਬਾਰਿਸ਼ ਪੈਂਦੀ ਹੈ, ਠੰਡੀਆਂ ਹਵਾਵਾਂ ਚੱਲਦੀਆਂ ਤੇ ਫਿਰ ਜਿਹੜੇ ਮੋਰ ਹਨ ਉਹ ਰੋਣ ਚੁਣ ਲਾਇਆ, ਚੁਣਕਾਰਾਂ ਲਾ ਦਿੰਦੇ ਨੇ। ਪਹਿਲਾਂ ਪੈਂਦੀਆਂ ਮੋਰ ਕੂਕਦੇ ਨੇ, ਬੜੀਆਂ ਮਿੱਠੀਆਂ ਪਿਆਰੀਆਂ ਆਵਾਜ਼ਾਂ ਉਹਨਾਂ ਦੀਆਂ ਸੁਣਾਈ ਦਿੰਦੀਆਂ। ਇਸੇ ਪ੍ਰਕਾਰ ਭੈਣੇ ਦਾ ਅਰਥ ਹੈ ਮਹਾਤਮਾ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲੇ ਹੋਏ ਰੱਬ ਦੇ ਪਿਆਰੇ। ਸਾਵਣ ਆਇਆ, ਸਾਵਣ ਦਾ ਮਹੀਨਾ ਕੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣ ਦਾ ਜਿਹੜਾ ਸ਼ੌਂਕ ਅਵਸਥਾ ਦਾ ਸਮਾਂ ਹੈ। ਇਹ ਸਾਵਣ ਦਾ ਮਹੀਨਾ ਜਿਹੜਾ ਸ਼ੌਂਕ ਦੀ ਅਵਸਥਾ ਬਣ ਜਾਣੀ ਕਿ ਪਰਮਾਤਮਾ ਨੂੰ ਮਿਲਣਾ ਹੈ, ਉਸ ਦੇ ਅੰਦਰ ਫਿਰ ਮੋਰੀ ਰੁਣ ਚੁਣ ਲਾਇਆ। ਜਦੋਂ ਸ਼ੌਂਕ ਜਾਗਦਾ ਫਿਰ ਮੋਰੀ ਜਿਹੜੀਆਂ ਸਰੀਰ ਦੀਆਂ 10 ਮੋਰੀਆਂ ਨੇ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। 9 ਤੇ ਪ੍ਰਤੱਖ ਜਿਹੜੀਆਂ ਸਾਡੀਆਂ ਗਿਆਨ ਕਰਮ ਇੰਦਰੇ ਸਾਨੂੰ ਸਾਹਮਣੇ ਦਿਸਦੇ ਨਜ਼ਰੀ ਪੈਂਦੇ ਨੇ ਤੇ 10ਵਾਂ ਦੁਆਰ ਜਿਹੜਾ ਗੁਪਤ ਕਰਕੇ ਰੱਖਿਆ ਹੋਇਆ। ਇਹ ਜਿਹੜੀਆਂ ਮੋਰੀ ਦੀ ਨਿਆਈ ਸਾਡੀਆਂ ਇੰਦਰੀਆਂ ਨੇ, ਚਾਹੇ ਗਿਆਨ ਨੇ ਚਾਹੇ ਕਰਮ ਇੰਦਰੀਆਂ ਹਨ, ਇਹ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੀ ਖੁਸ਼ੀ ਵਿੱਚ ਰੋਣ ਝੁਣ ਦਾ ਅਰਥ ਝੁਣਕਾਰ ਲਾ ਦਿੰਦੀਆਂ ਨੇ। ਨੇਤਰ ਵੀ ਤਰਸਦੇ ਨੇ ਕਦੋਂ ਦਰਸ਼ਨ ਹੋਣ ਪਰਮਾਤਮਾ ਦੇ, ਕੰਨ ਵੀ ਤਰਸਦੇ ਨੇ ਕੋਈ ਰੱਬ ਦਾ ਪਿਆਰਾ ਪਰਮਾਤਮਾ ਦੇ ਦਰ ਦੀ ਸਿਫਤ ਸੁਣਾ ਦੇਵੇ, ਗੁਰੂ ਦੀ ਰਸਨਾ ਤੋਂ ਪਰਮਾਤਮਾ ਦਾ ਨਾਮ ਸੁਣੀਏ। ਜ਼ਬਾਨ ਵੀ ਤਰਸਦੀ ਹੈ ਵੀ ਕਦੋਂ ਪਰਮਾਤਮਾ ਦਾ ਮੈਂ ਸਿਮਰਨ ਕਰਾਂ। ਇਸ ਲਈ ਹੱਥ ਤਰਸਦੇ ਨੇ ਸੇਵਾ ਕਰਨ ਵਾਸਤੇ, ਪੈਰ ਤਰਸਦੇ ਨੇ ਸੰਗਤ ਵੱਲ ਜਾਣ ਵਾਸਤੇ। ਇਹ ਗਿਆਨ ਕਰਮ ਜਿਹੜੀਆਂ ਇੰਦਰੀਆਂ ਹਨ ਤੇ ਇਹਨਾਂ ਨੇ ਰੋਣ ਝੁਣ ਦਾ ਅਰਥ ਝੁਣਕਾਰ ਲਾ ਰੱਖੀ ਹੈ। ਜਿਸ ਵੇਲੇ ਜੀਵ ਦੇ ਹਿਰਦੇ ਅੰਦਰ, ਜਗਿਆਸੂ ਦੇ ਹਿਰਦੇ ਅੰਦਰ ਸਾਵਣ ਦਾ ਮਹੀਨਾ ਕਹੀਏ, ਪਰਮਾਤਮਾ ਦੀ ਪ੍ਰਾਪਤੀ ਦੀ ਸ਼ੌਂਕ ਅਵਸਥਾ ਬਣ ਜਾਂਦੀ ਹੈ। ਤੇਰੀ ਮੁੰਦ ਕਟਾਰੇ ਜੀਵੜਾ, ਤਿਨ ਲੋਭੀ ਲੋਭ ਲੁਭਾਇਆ। ਫਿਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਕਿਸ ਪ੍ਰਕਾਰ ਜੀਵ ਨੂੰ ਹੁੰਦੇ ਨੇ। ਬਾਬਾ ਰਾਮ ਥੰਮਣ ਜੀ ਦੇ ਪਰਥਾਏ ਸਤਿਗੁਰੂ ਪਾਤਸ਼ਾਹ ਜੀ ਇਹ ਪਾਵਨ ਬਚਨ ਉਚਾਰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਪਾਸ ਉਹ ਪਿਆਰ ਮੁੰਦ ਦਾ ਅਰਥ ਹੁੰਦਾ ਜਿਹੜੀ ਅਗਿਆਤ ਬੇਸਮਝ ਜੀਵ ਰੂਪ ਇਸਤਰੀ ਹੈ। ਉਸ ਇਸਤਰੀ ਨੂੰ ਤੇਰੇ ਅਕਾਲ ਪੁਰਖ ਪਰਮਾਤਮਾ, ਕਟਾਰੇ ਦਾ ਅਰਥ ਜਿਹੜੇ ਕਟਹਿਰੇ ਵਰਗੇ ਸੁੰਦਰ ਨੇਤਰ ਹਨ, ਉਹ ਜੇਵੜਾ ਦਾ ਅਰਥ ਹੁੰਦਾ ਰੱਸੀ। ਜਿਵੇਂ ਰੱਸਾ ਪਾ ਕੇ ਰੱਸੀ ਦੇ ਨਾਲ ਕਿਸੇ ਨੂੰ ਬੰਨ੍ਹ ਲਈਦਾ, ਇਉਂ ਸਾਡੇ ਚਿੱਤ ਨੂੰ ਆਪ ਜੀ ਦੇ ਸੁੰਦਰ ਦਰਸ਼ਨ ਬੰਨਣ ਵਾਲੇ ਨੇ। ਤਿੰਨ ਲੋਭੀ ਲੋਭ ਲੁਭਾਇਆ, ਇੱਥੇ 3 ਸ਼ਬਦ ਆ ਗਏ, ਲੋਭੀ ਹੈ, ਲੋਭ ਹੈ ਤੇ ਲੁਭਾਇਆ ਹੈ। ਐਸੇ ਆਪ ਜੀ ਦੇ ਜਿਹੜੇ ਸੁੰਦਰ ਨੇਤਰ ਨੇ, ਕਟਹਿਰੇ ਕਹੀਏ ਚੌੜੇ ਨੇਤਰ ਸੁੰਦਰ, ਉਹਨਾਂ ਦੀ ਜਿਹੜੀ ਨਜ਼ਰ ਹੈ, ਉਸ ਨਜ਼ਰ ਨੇ ਜਿਹੜਾ ਲੋਭੀ ਰੂਪ ਹੋ ਕਰਕੇ ਤੇ ਆਪਣੇ ਸੁੰਦਰ ਦਰਸ਼ਨਾਂ ਦਾ ਲੋਭ ਰੱਖ ਦਿੱਤਾ ਮੇਰੇ ਅੰਦਰ, ਤੇ ਫਿਰ ਸੁੰਦਰ ਦਰਸ਼ਨਾਂ ਦੇ ਲੋਭ ਨੇ, ਪਰਮਾਤਮਾ ਦੇ ਸੁੰਦਰ ਲੋਭੀ ਸਰੂਪ ਨੇ ਮੇਰੇ ਚਿੱਤ ਦੀ ਬਿਰਤੀ ਨੂੰ ਲੁਭਾਏਮਾਨ ਕਰ ਲਿਆ। ਇਸ ਲਈ ਮੇਰੀ ਚਿੱਤ ਦੀ ਜਿਹੜੀ ਬਿਰਤੀ ਪਰਮਾਤਮਾ ਵਾਹਿਗੁਰੂ ਨੇ ਲੁਭਾਏਮਾਨ ਕਰ ਦਿੱਤੀ ਹੈ। ਤੇਰੇ ਦਰਸ਼ਨ ਵਿਟੋ ਖੰਨੀਐ ਵੰਨਾ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਆਪ ਜੀ ਦੇ ਜਿਹੜੇ ਸੁੰਦਰ ਦਰਸ਼ਨ ਦੀਦਾਰ ਹਨ,
ਉਹਨਾਂ ਦੇ ਉੱਪਰੋਂ ਖੰਨੀਆਂ ਦਾ ਅਰਥ ਹੈ ਟੁਕੜੇ ਟੁਕੜੇ ਹੋ ਕਰਕੇ ਮੈਂ ਵੰਝਾਂ ਕੁਰਬਾਨ ਜਾਣਾ ਕਰਦਾ ਹਾਂ। ਮਨ ਕਰਕੇ ਕੁਰਬਾਨ ਜਾਵਾਂ, ਬਾਣੀ ਕਰਕੇ ਕੁਰਬਾਨ ਜਾਵਾਂ, ਸਰੀਰ ਕਰਕੇ ਮੈਂ ਕੁਰਬਾਨ ਜਾਣਾ ਕਰਾਂ। ਆਪ ਜੀ ਦੇ ਸੁੰਦਰ ਦਰਸ਼ਨਾਂ ਤੋਂ ਟੁਕੜੇ ਟੁਕੜੇ ਹੋ ਕਰਕੇ ਕੁਰਬਾਨ ਜਾਂਦੇ ਤੇਰੇ ਹਾਂ। ਨਾਮ ਵਿਟੋ ਕੁਰਬਾਨੋ। ਜਿਹੜਾ ਆਪ ਜੀ ਦਾ ਸੁੰਦਰ ਪਾਵਨ ਪਵਿੱਤਰ ਨਾਮ ਹੈ, ਨਾਮੀ ਹੈ ਪਰਮਾਤਮਾ ਤੇ ਨਾਮ ਉਹਦਾ ਸਿਮਰਨ। ਨਾਮੀ ਪਰਮਾਤਮਾ ਤੋਂ ਵੱਡਾ ਜੇ ਕੋਈ ਹੈ ਤੇ ਪਰਮਾਤਮਾ ਦਾ ਨਾਮ ਹੈ। ਜਿਵੇਂ ਮਨੁੱਖ ਦੇ ਨਾਲੋਂ ਵੱਡਾ ਉਹਦਾ ਜਿਹੜਾ ਨਾਮ ਹੋਇਆ ਕਰਦਾ, ਜਦੋਂ ਦਰਵਾਜ਼ੇ ਤੇ ਖੜ ਕੇ ਮਨੁੱਖ ਦਾ ਕੋਈ ਨਾਮ ਲੈ ਕੇ ਆਵਾਜ਼ ਦਿੰਦਾ ਤੇ 3.5 ਮਣ ਦੀ ਦੇਹ ਜਿਹੜੀ ਦਰਵਾਜ਼ੇ ਤੇ ਆ ਕੇ ਖੜ ਜਾਂਦੀ ਹੈ। ਸਰੀਰ ਮਕਾਨ ਵਿੱਚੋਂ ਨਿਕਲ ਕੇ ਦਰਵਾਜ਼ੇ ਤੇ ਆ ਜਾਂਦਾ, ਉਹਦਾ ਕਾਰਨ ਕੀ? ਬੰਦੇ ਦਾ ਨਾਮ ਲਿਆ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਨਿਰਗੁਣ ਤੇ ਸਰਗੁਣ ਦੋਵੇਂ ਸਰੂਪ ਨੇ, ਉਹਨਾਂ ਦੀ ਪ੍ਰਾਪਤੀ ਕੇਵਲ ਵਾਹਿਗੁਰੂ ਦੇ ਨਾਮ ਕਰਕੇ ਹੁੰਦੀ ਹੈ। ਸਰਗੁਣ ਰੂਪ ਦੇ ਦਰਸ਼ਨ ਚਾਹੇ ਤੇ ਘੋੜੇ ਤੇ ਸਵਾਰ ਗੁਰੂ ਕਲਗੀਧਰ ਜੀ ਦੇ ਅੱਜ ਵੀ ਦਰਸ਼ਨ ਗੁਰਮੁਖਾਂ ਨੂੰ ਉਸੇ ਤਰ੍ਹਾਂ ਹੋ ਜਾਂਦੇ। ਨਿਰਗੁਣ ਰੂਪ ਦੇ ਦਰਸ਼ਨ ਕਰਨੇ ਚਾਹੇ ਤੇ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਨੂੰ ਤੱਕ ਲੈਂਦਾ। ਇਹਦੇ ਮਗਰ ਕੀ ਹੈ? ਪਰਮਾਤਮਾ ਦਾ ਨਾਮ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇਰੇ ਨਾਮ ਬਿਟਹੁ ਕੁਰਬਾਨੋ। ਏਡਾ ਮਹਾਨ ਤੇਰਾ ਜਿਹੜਾ ਨਾਮ ਸ਼੍ਰੋਮਣੀ ਸਾਰਿਆਂ ਤੋਂ, ਉਸ ਨਾਮ ਤੋਂ ਕੁਰਬਾਨ ਜਾਂਦੇ, ਬਲਿਹਾਰ ਜਾਂਦੇ ਹਾਂ। ਜਾ ਤੂੰ ਤਾ ਮੈਂ ਮਾਨ ਕੀਆ ਹੈ। ਸਤਿਗੁਰੂ ਪਾਤਸ਼ਾਹ ਜੀ ਪੁੱਛਦੇ ਨੇ ਬਾਬਾ ਰਾਮ ਥੰਮਣ ਜੀ ਨੂੰ ਕਿ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਤੁਹਾਨੂੰ ਹੋਏ ਤੇ ਉਸ ਵੇਲੇ ਕੋਈ ਬਚਨ ਬਲਾਸ ਵੀ ਹੋਇਆ? ਤਾਂ ਬਾਬਾ ਜੀ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਹਾ, ਸਤਿਗੁਰੂ ਜੀ, ਜਿਸ ਵੇਲੇ ਪਰਮਾਤਮਾ ਦੇ ਦਰਸ਼ਨ ਦੀਦਾਰ ਹੋਏ ਉਸ ਵੇਲੇ ਆਕਾਸ਼ ਬਾਣੀ ਦੇ ਦੁਆਰਾ ਇਹ ਜਿਹੜੇ ਬੋਲ ਸੀ ਪਰਮਾਤਮਾ ਦੇ ਕੰਨਾਂ ਵਿੱਚ ਪਏ ਕਿ ਤੈਨੂੰ ਬਹੁਤ ਮਾਣ ਹੋ ਚੁੱਕਿਆ ਹੈ। ਮਾਣ ਦੇ ਵਿੱਚ ਪਰਮਾਤਮਾ ਵਾਹਿਗੁਰੂ ਨੂੰ ਕੋਈ ਸਦੀਵ ਕਾਲ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਜਦੋਂ ਪਰਮਾਤਮਾ ਨੇ ਕਿਹਾ ਵੀ ਤੈਨੂੰ ਮਾਣ ਹੋ ਚੁੱਕਿਆ, ਤਾਂ ਉਸ ਵੇਲੇ ਮੇਰੇ ਵੱਲੋਂ ਇਹ ਬੇਨਤੀ ਸੀ, ਜਾ ਤੂੰ ਤਾਂ ਮੈਂ ਮਾਣ ਕੀਆ ਹੈ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਜਦੋਂ ਤੂੰ ਮੈਨੂੰ ਆ ਕੇ ਪ੍ਰਾਪਤ ਹੋ ਗਿਆ ਤੇ ਫਿਰ ਹੀ ਮੈਂ ਮਾਣ ਕੀਤਾ ਵੀ ਮੈਨੂੰ ਪਰਮਾਤਮਾ ਮਿਲ ਗਿਆ ਜਾਂ ਮੈਂ ਪਰਮਾਤਮਾ ਦੇ ਨਾਲ ਅੱਜ ਮਿਲ ਗਿਆ। ਇਹ ਤੇਰੇ ਮਿਲਣ ਕਰਕੇ ਹੀ ਮਾਣ ਦੇ ਮੈਂ ਸ਼ਬਦ ਕਹੇ ਹਨ। ਤੁਧ ਬਿਨ ਕਿਹਾ ਮੇਰਾ ਮਾਣੋ। ਤੁਹਾਡੀ ਪ੍ਰਾਪਤੀ ਹੋਣ ਤੋਂ ਬਿਨਾ ਤੇ ਮੇਰਾ ਨਿਮਾਣੀ ਦਾ ਕਾਹਦਾ ਮਾਣ ਹੈ? ਤੁਸੀਂ ਪ੍ਰਾਪਤ ਨਾ ਹੁੰਦੇ, ਤੁਹਾਡੇ ਦਰਸ਼ਨਾਂ ਦਾ ਝਲਕਾਰਾ ਨਾ ਵੱਜਦਾ ਤੇ ਮੈਂ ਕੀ ਮਾਣ ਕਰਨਾ ਸੀ? ਇਹ ਤਾਂ ਪਰਮਾਤਮਾ ਵਾਹਿਗੁਰੂ ਆਪ ਜੀ ਦੀ ਪ੍ਰਾਪਤੀ ਕਰਕੇ ਹੀ, ਤੁਹਾਡੇ ਕਰਕੇ ਹੀ ਮੈਂ ਨਿਮਾਣੀ ਨੇ ਮਾਣ ਕਰ ਲਿਆ ਆਪ ਜੀ ਦੇ ਉੱਪਰ। ਚੂੜਾ ਭੰਨ ਪਲੰਗ ਸਿਉ ਮੁੰਦੇ। ਤਾਂ ਸਤਿਗੁਰੂ ਪਾਤਸ਼ਾਹ ਜੀ ਪੁੱਛਦੇ ਨੇ, ਬਾਬਾ ਜੀ ਸਾਧਨ ਵੀ ਤੁਸੀਂ ਜ਼ਿੰਦਗੀ ਵਿੱਚ ਬੜੇ ਕੀਤੇ ਨੇ, ਤੇ ਜੇਕਰ ਕੋਈ ਇਸਤਰੀ ਬਹੁਤ ਸਾਰੇ ਸਾਧਨ ਕਰਦੀ ਹੋਵੇ, ਆਪਣੇ ਸਰੀਰ ਉੱਪਰ ਹਾਰ ਸ਼ਿੰਗਾਰਾਂ ਦੇ ਤੇ ਪਤੀ ਦੀ ਪ੍ਰਾਪਤੀ ਨਾ ਹੋਵੇ, ਤਾਂ ਸਾਧਨ ਕੀਤੇ ਕਿਹੜੇ ਕੰਮ ਨੇ? ਕਿਸੇ ਕੰਮ ਨਹੀਂ ਆਇਆ ਕਰਦੇ। ਇਸੇ ਤਰ੍ਹਾਂ ਸਤਿਗੁਰਾਂ ਨੇ ਇੱਥੇ ਬੜਾ ਸੋਹਣਾ ਪ੍ਰਮਾਣ ਦਿੱਤਾ, ਕਹਿੰਦੇ ਚੂੜਾ ਭੰਨ ਪਲੰਗ ਸਿਉ ਮੁੰਦੇ। ਮੁੰਦੇ ਦਾ ਅਰਥ ਅਗਿਆਨੀ ਬੇਸਮਝ ਜੀਵ ਰੂਪ ਇਸਤਰੀ। ਜੇ ਤੂੰ ਆਪਣੇ ਪ੍ਰਤੱਖ ਪਤੀ ਨੂੰ ਪ੍ਰਾਪਤ ਕਰਨ ਵਾਸਤੇ ਬਾਹਾਂ ਦੇ ਵਿੱਚ ਚੂੜਾ ਵੀ ਪਾ ਲਿਆ, ਸੁੰਦਰ ਜਿਹੜਾ ਪਲੰਗ ਹੈ ਉਹ ਵੀ ਤਿਆਰ ਕਰਕੇ ਰੱਖ ਲਿਆ ਪ੍ਰਾਪਤੀ ਦੇ ਲਈ। ਸਣ ਬਾਹੀ ਸਣ ਬਾਹਾ। ਉਸ ਵੇਲੇ ਫਿਰ ਆਪਣਾ ਜਿਹੜੀਆਂ ਬਾਹਾਂ ਦੇ ਅੰਦਰ ਚੂੜਾ ਪਾਇਆ ਸੀ, ਉਹਨਾਂ ਬਾਹਾਂ ਨੂੰ ਸਣ ਸਮੇਤ, ਬਾਹਾਂ ਦੇ ਸਮੇਤ ਜਿਹੜਾ ਚੂੜਾ ਹੈ ਇਹਨੂੰ ਵੀ ਭੰਨ ਤੋਂ ਭੰਨ ਦੇ ਤੋੜ ਦੇ। ਕਾਦੇ ਵਿੱਚ ਤੋੜਨਾ? ਕਰ ਪਲੰਗ ਦੇ ਵਿੱਚ ਮਾਰ ਕੇ। ਬਾਹਾਂ ਵੀ ਤੇਰੀਆਂ ਟੁੱਟ ਜਾਣ ਤੇ ਚੂੜਾ ਵੀ ਬਾਹ ਵਿੱਚ ਪਾਇਆ ਟੁੱਟ ਜਾਣਾ ਕਰੇ। ਇਸੇ ਪ੍ਰਕਾਰ ਸਣ ਬਾਹਾ, ਬਾਹਾ ਨਾਮ ਹੈ ਜਿਹੜੀਆਂ ਪਲੰਗ ਦੀਆਂ ਬਾਹਾਂ ਸੀ, ਉਹ ਬਾਹਾਂ ਵੀ ਤੋੜ ਦੇ ਤੇ ਪਲੰਗ ਵੀ ਤੋੜ ਦੇ।
ਸਾਧਨ ਬੜੇ ਕੀਤੇ ਤੇ ਪਤੀ ਦੀ ਪ੍ਰਾਪਤੀ ਨਾ ਹੋਈ। ਇਸੇ ਤਰ੍ਹਾਂ ਬਾਬਾ ਰਾਮ ਥੰਮਣ ਜੀ ਤੁਸਾਂ ਨੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਆਪਣੀਆਂ ਵਾਹੀ ਕਹੀਏ ਬਾਹਾਂ ਸਨ, ਬਾਹਾਂ ਕਿਹੜੀਆਂ ਨੇ? ਜਿਹੜੇ ਕੋਈ ਐਸੇ ਸਾਧਨ ਕਰਨੇ ਨੇ, ਕੋਈ ਵਿਧੀਆਂ ਪੂਰਵਕ ਇਸ ਪ੍ਰਕਾਰ ਪ੍ਰਾਪਤੀ ਦੇ ਯਤਨ ਕਰਨੇ ਵੀ ਆਹ ਵਿਧੀ ਨਾਲ ਪਰਮਾਤਮਾ ਮਿਲ ਜਾਵੇਗਾ, ਆਹ ਢੰਗ ਦੇ ਨਾਲ ਪਰਮਾਤਮਾ ਦੇ ਮੈਂ ਨੇੜੇ ਹੋ ਜਾਵਾਂਗਾ, ਜੇ ਆਹ ਵਿਧੀ ਵਰਤਾਂਗਾ ਪਰਮਾਤਮਾ ਨਾਲ ਬਚਨ ਬਲਾਸ ਹੋ ਜਾਣਗੇ। ਤੇ ਇਹ ਜਿਹੜੀਆਂ ਸਾਧਨਾ ਦੀਆਂ ਐਸੀਆਂ ਵਿਧੀਆਂ ਦੀਆਂ ਬਾਹਾਂ ਸਨ, ਉਹਨਾਂ ਦੇ ਵਿੱਚ ਤੁਸੀਂ ਜਿਹੜਾ ਚੂੜਾ ਕਿਹੜਾ ਪਾਇਆ ਸੀ? ਚੂੜਾ ਪਾਇਆ ਸੀ ਇਸ ਪ੍ਰਕਾਰ ਸਾਕਾਮ ਕਰਮਾਂ ਦਾ। ਕਰਮ ਤਾਂ ਬੰਦੇ ਨੇ ਕਰਨੇ ਨਿਸ਼ਕਾਮ ਕਾਮਨਾ ਤੋਂ ਰਹਿਤ ਹੋ ਕੇ, ਪਰੰਤੂ ਤੁਸੀਂ ਕਾਮਨਾ ਰੱਖ ਕੇ ਕਰਮ ਕਰਦੇ ਰਹੇ ਵੀ ਪਰਮਾਤਮਾ ਦੇ ਦਰਸ਼ਨ ਹੋ ਜਾਣ, ਵਾਹਿਗੁਰੂ ਨਾਲ ਮਿਲਾਪ ਹੋ ਜਾਵੇ, ਇਹ ਵੀ ਕਾਮਨਾ ਸੀ ਮਨ ਵਿੱਚ। ਐਸਾ ਜਿਹੜਾ ਚੂੜਾ ਸੀ, ਸਤਿਗੁਰੂ ਪਾਤਸ਼ਾਹ ਕਹਿੰਦੇ ਵਿਧੀਆਂ ਦੀਆਂ ਬਾਹਾਂ ਵੀ ਭੰਨ ਦਿਓ ਤੇ ਸਕਾਮ ਕਰਮਾਂ ਦਾ ਜਿਹੜਾ ਚੂੜਾ ਸੀ ਇਹ ਵੀ ਭੰਨ ਦਿਓ, ਤੋੜ ਦਿਓ। ਪਲੰਗ ਤਿਆਰ ਕੀਤਾ ਸੀ। ਪਲੰਗ ਕਿਹੜਾ ਹੈ? ਅੰਤःਕਰਨ। ਇਹਦੀਆਂ 4 ਬਿਰਤੀਆਂ ਰੂਪੇ ਸੇਰਵੇ ਤੇ ਬਾਹੀਆਂ ਲੱਗੇ ਹੋਏ ਨੇ। ਇਸ ਦੇ ਉੱਪਰ ਜਿਹੜਾ ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਤੁਲਤਾ ਦੀ ਤੁਲਾਈ ਹੈ, ਸਮਤਾ ਦੀ ਵਿਛਾਈ ਜਿਹੜੀ ਵਿਛੀ ਹੋਈ, ਨਿਰਹੰਕਾਰੀ ਹੋਣਾ ਇਹ ਸਰਾਣਾ ਰੱਖਿਆ। ਇਹ ਕਹਿਣ ਮਾਤਰੀ ਗੱਲਾਂ ਬਣੀਆਂ ਸੀ। ਹੰਕਾਰ ਅੰਦਰੋਂ ਨਿਵਰਤ ਨਹੀਂ ਹੋਇਆ ਸੀ, ਤੁਲਤਾ ਨਹੀਂ ਬਣੀ ਸੀ, ਸਮਤਾ ਦੀ ਬਿਰਤੀ ਨਹੀਂ ਅੰਦਰ ਬਣੀ ਸੀ। ਇਸੇ ਪ੍ਰਕਾਰ ਇਹ ਜਿਹੜਾ ਪਲੰਗ ਬਣਿਆ ਸੀ, ਇਹ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ 4 ਬਿਰਤੀਆਂ ਦੀਆਂ ਜਿਹੜੀਆਂ ਬਾਹਾਂ ਬਾਹੀਆਂ ਨੇ, ਇਹਦੇ ਸਮੇਤ ਇਹ ਵੀ ਤੋੜ ਦੇਣਾ ਕਰੋ। ਕੀਤੀ ਵੇਸ ਕਰੇਂਦੀਏ ਮੁੰਡੇ, ਸਹੁ ਰਾਤੂ ਅਵਰਾਹਾ। ਇੰਨੇ ਵੀ ਜੇਕਰ ਵੇਸ ਲਿਵਾਸ ਕਿਸੇ ਜੀਵ ਰੂਪ ਇਸਤਰੀ ਨੇ ਕਰ ਲਏ, ਇੰਨੇ ਸਾਧਨ ਵੀ ਕਰ ਲਏ ਪਰਮਾਤਮਾ ਨੂੰ ਮਿਲਣ ਦੇ ਵਾਸਤੇ, ਤੇ ਉਹ ਮੁੰਦੇ ਜਿਹੜੀ ਅਗਿਆਤ ਬੇਸਮਝ ਜੀਵ ਰੂਪ ਇਸਤਰੀ ਹੋਵੇਗੀ। ਸਹੁ ਰਾਤੋ ਅਵਰਾਹਾ। ਸਹੁ ਜਿਹੜਾ ਪਤੀ ਪਰਮਾਤਮਾ ਵਾਹਿਗੁਰੂ, ਉਹ ਤੇ ਹੋਰਨਾਂ ਵਿੱਚ ਰਾਤੋਂ ਰੰਗਿਆ ਗਿਆ। ਭਗਤੀ ਕਰਨ ਵਾਲੇ ਭਗਤ ਲੈ ਗਏ ਪਰਮਾਤਮਾ ਨੂੰ, ਭਗਤਾਂ ਨਾਲੋਂ ਤੇ ਰਲੀਆਂ ਮਾਣਦਾ ਹੈ। ਪ੍ਰੇਮ ਕਰਨ ਵਾਲੇ ਪ੍ਰੇਮੀ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰ ਗਏ ਨੇ, ਉਹਨਾਂ ਨੂੰ ਵਾਹਿਗੁਰੂ ਪ੍ਰਾਪਤ ਹੋ ਗਿਆ। ਏਤੇ ਵੇਸ ਕਰੇਂਦੀਏ ਮੁੰਦੇ। ਹੇ ਅਗਿਆਤ ਬੇਸਮਝ ਜੀਵ ਰੂਪ ਇਸਤਰੀ, ਤੂੰ ਇੰਨੇ ਲਿਵਾਸ ਕੀਤੇ, ਇੰਨੇ ਸਾਧਨ, ਇੰਨੇ ਢੰਗ ਤਰੀਕੇ ਯਤਨ ਕੀਤੇ, ਇਹ ਕਿਸ ਕੰਮ ਨੇ? ਕਿਸੇ ਕੰਮ ਨਹੀਂ ਆਏ। ਨਾ ਮਨਿਆਰ ਨਾ ਚੂੜੀਆ, ਨਾ ਸੇਵੰਗੁੜੀਆ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਪੁੱਛਦੇ ਨੇ, ਹੋਰ ਅਨੇਕਾਂ ਸਾਧਨ ਇਸਤਰੀ ਵਾਂਗ ਕੀਤੇ ਹੋਣਗੇ? ਜਿਵੇਂ ਮਨਿਆਰ ਹੁੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਚੂੜੀਆਂ ਬੰਗਾਂ ਵੇਚਦੇ ਨੇ, ਤੇ ਉਹਨਾਂ ਦੇ ਪਾਸੋਂ ਫਿਰ ਇਸਤਰੀਆਂ ਆਪਣੀਆਂ ਬਾਹਾਂ ਦੇ ਅੰਦਰ ਚੂੜੀਆਂ ਚੜਾ ਲੈਂਦੀਆਂ, ਕੋਈ ਬੰਗਾਂ ਪਵਾ ਲੈਂਦੀਆਂ। ਚੂੜੀਆਂ ਤੇ ਬੰਗੜੀਆਂ ਦੇ ਅੰਦਰ ਇੰਨਾ ਕੋ ਫਰਕ ਹੈ। ਚੂੜੀਆਂ ਹੋਇਆ ਕਰਦੀਆਂ ਅਨੇਕਾਂ ਧਾਤਾਂ ਦੀਆਂ ਬਣੀਆਂ, ਸੋਨੇ ਦੀ ਵੀ ਚੂੜੀ ਹੋ ਸਕਦੀ, ਕੋਈ ਲੋਹੇ ਦੀ ਵੀ ਹੋ ਸਕਦੀ, ਕਿਸੇ ਧਾਤਾਂ ਨੂੰ ਮਿਲਾ ਕਰਕੇ ਮਿਕਸ ਕੀਤੀ ਹੋਈ ਚੂੜੀ ਹੈ। ਜਿਹਦੇ ਵਿੱਚ ਨਰੋਲ ਸੁੱਧ ਕੱਲਾ ਕੱਚ ਲੱਗਿਆ ਹੋਵੇ ਉਹਨੂੰ ਬੰਗਾਂ ਕਿਹਾ, ਬੰਗੜੀਆਂ ਕਿਹਾ ਹੈ। ਇਹ 2 ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਵਰਤੇ ਨੇ ਕਿ ਇਸ ਲਈ ਤੁਸੀਂ ਬਾਬਾ ਰਾਮ ਥੰਮਣ ਜੀ ਨਾ ਮਨਿਆਰ ਨਾ ਚੂੜੀਆਂ ਨਾ ਸੇ ਬੰਗੜੀਆਂ, ਇਹ ਸਾਧਨ ਵੀ ਕੀਤੇ ਹੋਣਗੇ। ਬਾਬਾ ਜੀ ਕਹਿੰਦੇ ਹਾਂ ਸਤਿਗੁਰੂ ਜੀ ਇਹ ਵੀ ਸਾਧਨ ਕੀਤੇ ਨੇ। ਕਹਿੰਦੇ ਫਿਰ ਪਰਮਾਤਮਾ ਮਿਲਿਆ ਕਿਉਂ ਨਹੀਂ ਇੰਨੇ ਸਾਧਨ ਕਰਨ ਕਰਕੇ? ਤਾਂ ਫਿਰ ਇੱਥੇ ਕਹਿ ਦਿੱਤਾ, ਕਹਿੰਦੇ ਮਨਿਆਰ ਦਾ ਅਰਥ ਜਿਹੜਾ ਬੰਗਾਂ ਦੇਣ ਵਾਲਾ ਅਕਾਲ ਪੁਰਖ ਪਰਮਾਤਮਾ ਦਾ ਰੂਪ, ਪੂਰਾ ਗੁਰੂ ਨਹੀਂ ਮਿਲਿਆ। ਪੂਰਾ ਗੁਰੂ ਰੂਪ ਬਣਜਾਰਾ ਨਹੀਂ ਮਿਲਣਾ ਕੀਤਾ ਜਿਹੜਾ ਬੰਗਾਂ ਚੂੜੀਆਂ ਦੇ ਦੇਵੇ। ਨਾ ਚੂੜੀਆਂ ਇਸ ਪ੍ਰਕਾਰ ਫਿਰ ਜਿਹੜੀਆਂ ਕੋਈ ਐਸੀਆਂ ਨਿਸ਼ਕਾਮ ਕਰਮਾਂ ਦੀਆਂ ਚੂੜੀਆਂ ਨਹੀਂ ਮਿਲੀਆਂ। ਸਕਾਮ ਕਰਮ ਤਾਂ ਬੜੇ ਕਰ ਲਏ ਕਾਮਨਾ ਰੱਖ ਕੇ, ਨਿਸ਼ਕਾਮ ਕਰਮਾਂ ਦੀ ਚੂੜੀ ਪੂਰੇ ਗੁਰੂ ਕੋਲੋਂ ਮਿਲਦੀ ਹੈ। ਪੂਰਾ ਗੁਰੂ ਹੀ ਨਿਸ਼ਕਾਮ ਕਰਮ ਕਰਵਾਉਂਦਾ ਤੇ ਉਹ ਚੂੜੀਆਂ ਵੀ ਨਹੀਂ ਮਿਲੀਆਂ। ਨਾ ਸੇ ਬੰਗੜੀਆਂ, ਬੰਗਾਂ ਕੱਚ ਦੀਆਂ ਹੁੰਦੀਆਂ ਤੇ ਇਸ ਪ੍ਰਕਾਰ ਕਰਨਾ, ਮੁਦਤਾ, ਅਪੇਖਿਆ ਤੇ ਮੈਤਰਤਾ,
ਇਹ ਜਿਹੜੀਆਂ ਐਸੀਆਂ ਬੰਗਾਂ ਇਹ ਵੀ ਪੂਰੇ ਗੁਰੂ ਕੋਲੋਂ ਮਿਲਦੀਆਂ ਨੇ। ਨਾ ਇਹ ਚਾਰ ਜਿਹੜੇ ਐਸੇ ਸਾਧਨ ਮਿਲਣਾ ਕੀਤੇ, ਨਾ ਨਿਸ਼ਕਾਮ ਕਰਮਾਂ ਦੀਆਂ ਚੂੜੀਆਂ ਪ੍ਰਾਪਤ ਹੋਈਆਂ ਹਨ। ਜੋ ਸਹਿ ਕੰਠ ਨ ਲੱਗੀਆ ਜਲਨ ਸੇ ਬਾਹੜੀਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀਆਂ ਆਪਣੇ ਕੰਠ ਕਈਏ ਮਾਲਕ ਪਤੀ ਦੇ ਗਲ ਦੇ ਨਾਲ ਬਾਹਾਂ ਨਹੀਂ ਲੱਗੀਆਂ, ਉਹ ਬਾਹਾਂ ਸੜ ਜਾਣੀਆਂ ਚਾਹੀਦੀਆਂ ਨੇ। ਪਤੀ ਕੌਣ ਹੈ? ਸਾਡਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ। ਉਹਦਾ ਕੰਠ ਕੀ ਹੈ? ਜਿਹੜਾ ਅਭੇਦ ਨਿਸ਼ਚਾ ਹੈ, ਡੋਲਣ ਤੋਂ ਰਹਿਤ, ਕੋਈ ਭੇਦ ਫਰਕ ਨਾ ਹੋਵੇ, ਅਟਲ ਨਿਸ਼ਚਾ ਪਰਮਾਤਮਾ ਤੇ ਬਣ ਜਾਣਾ, ਇਹ ਕੰਠ ਹੈ ਵਾਹਿਗੁਰੂ ਦਾ। ਜੋ ਸਹਿ ਕੰਠ ਨਾ ਲੱਗੀਆਂ, ਜਿਹੜੇ ਮਹਾਤਮਾ ਜਗਿਆਸੂਆਂ ਜੀਵਾਂ ਦੀਆਂ ਐਸੀਆਂ ਸੁਰਤੀਆਂ ਰੂਪ ਜਿਹੜੀਆਂ ਬਾਹਾਂ ਹਨ, ਅਕਾਲ ਪੁਰਖ ਪਰਮਾਤਮਾ ਦੇ ਅਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਨਹੀਂ ਲੱਗੀਆਂ, ਜਲਣ ਸੇ ਬਾਹੜੀਆਂ, ਉਹ ਵਿਧੀਆਂ ਰੂਪ, ਉਹ ਜੁਗਤੀਆਂ ਢੰਗ ਸਾਧਨਾ ਦੀਆਂ ਜਿਹੜੀਆਂ ਬਾਹਾਂ ਸੜ ਜਾਣੀਆਂ ਚਾਹੀਦੀਆਂ ਹਨ। ਸਭ ਸਹੀਆ ਸਹੁ ਰਾਵਣ ਗਈਆ, ਹੋਂ ਦਾਦੀ ਕੈ ਦਰ ਜਾਵਾ। ਸਾਰੀਆਂ ਜਿੰਨੀਆਂ ਸਹੀਆਂ ਸਾਡੀਆਂ ਸਖੀਆਂ ਨੇ, ਤਤ ਵੇਤੇ ਨੇ, ਮਹਾਤਮਾ ਨੇ, ਪਰਮਾਤਮਾ ਵਾਹਿਗੁਰੂ ਦੀਆਂ ਰੰਗ ਰਲੀਆਂ ਮੰਨਣ ਵਾਲੇ, ਬ੍ਰਹਮ ਗਿਆਨ ਦੀ ਅਵਸਥਾ ਵਾਲੇ ਬ੍ਰਹਮ ਗਿਆਨੀ ਨੇ, ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਤਤ ਵੇਤੇ ਹਨ। ਸਭ ਸਹੀਆਂ ਇਹ ਸਾਡੀਆਂ ਸਖੀਆਂ ਸਹੇਲੀਆਂ ਵਰਗੀਆਂ ਨੇ। ਇਹ ਸਹੁ ਰਾਵਣ ਗਈਆਂ, ਆਪਣੇ ਸਹੁਪਤੀ ਪਰਮਾਤਮਾ ਦੇ ਆਨੰਦ ਨੂੰ ਰਾਵਣ ਕਹੀਏ ਮਾਨਣ ਵਾਸਤੇ, ਭੋਗਣ ਵਾਸਤੇ ਚਲੀਆਂ ਗਈਆਂ। ਭਾਵ ਪਰਮਾਤਮਾ ਦੇ ਵਿੱਚ ਇਹਨਾਂ ਦੀ ਲੀਨਤਾ ਬਣ ਚੁੱਕੀ ਹੈ। ਹੋਂ ਦਾਦੀ ਕੈ ਦਰ ਜਾਵਾਂ, ਦਾਦੀ ਦਾ ਅਰਥ ਹੁੰਦਾ ਸੜੀ ਹੋਈ। ਮੈਂ ਵਿਛੋੜੇ ਦੀ ਅੱਗ ਦੇ ਅੰਦਰ ਸੜੀ ਹੋਈ, ਕਿਹੜੇ ਦਰ ਦੇ ਉੱਤੇ ਜਾਵਾਂ? ਹੁਣ ਪਤਾ ਨਹੀਂ ਲੱਗਦਾ ਵੀ ਸੰਗਤ ਦੇ ਦਰਵਾਜ਼ੇ ਵਿੱਚ ਜਾਵਾਂ ਜਾਂ ਗਿਆਨ ਦਾ ਜਿਹੜਾ ਦਰਵਾਜ਼ਾ ਹੈ ਉਸ ਦਰਵਾਜ਼ੇ ਵਿੱਚ ਜਾ ਕੇ ਸਥਿਤ ਹੋ ਜਾਵਾਂ। ਸੰਗਤ ਵਿੱਚੋਂ ਪ੍ਰੇਮ ਲੱਗੇਗਾ, ਫਿਰ ਸ਼ਰਧਾ ਬਣੇਗੀ, ਸ਼ਰਧਾ ਬਾਨੰਗ ਲੱਭ ਤੇ ਗਿਆਨੰ, ਫਿਰ ਗਿਆਨ ਦੀ ਪ੍ਰਾਪਤੀ ਹੁੰਦੀ। ਗਿਆਨ ਭਇਆ ਤਾਂ ਕਰਮੈ ਨਾਸ, ਗਿਆਨ ਕਰਕੇ ਕਰਮ ਕੱਟੇ ਜਾਂਦੇ, ਫਿਰ ਪਰਮਾਤਮਾ ਵਿੱਚ ਭੇਦਤਾ ਬਣ ਜਾਂਦੀ ਹੈ। ਹੁਣ ਸਮਝ ਨਹੀਂ ਪੈਂਦੀ ਵੀ ਸਿੱਧਾ ਗਿਆਨ ਪ੍ਰਾਪਤ ਕਰ ਲਵਾਂ ਜਾਂ ਸੰਗਤ ਵਿੱਚ ਪਹਿਲਾਂ ਬੈਠਾਂ। ਇਹ ਦੋਵੇਂ ਜਿਹੜੇ ਦਰਵਾਜ਼ੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਉਂਦੇ ਨੇ। ਇਸ ਲਈ ਮੈਂ ਦਾਦੀ ਜਿਹੜੀ ਐਸੀ ਅੱਗ ਦੇ ਵਿਛੋੜੇ ਦੀ ਅੱਗ ਵਿੱਚ ਸੜ ਰਹੀ ਹਾਂ, ਕਿਹੜੇ ਦਰ ਦੇ ਵਿੱਚ ਜਾ ਕਰਕੇ ਟਿਕਣਾ ਕਰਾਂ? ਮਾਲੀ ਹੋ ਖਰੀ ਸੁਚੱਜੀ, ਤੈ ਸਹਿ ਏਕ ਨਾ ਭਾਵਾ। ਅਮਾਲੀ ਦਾ ਅਰਥ ਹੁੰਦਾ ਜਿਵੇਂ ਪੁਰਾਣੇ ਸਮੇਂ ਵਿੱਚ ਵੱਡੀਆਂ ਮਾਤਾਵਾਂ ਨੂੰ ਅੰਮਾ ਜੀ ਕਹਿ ਕੇ ਬੁਲਾਉਂਦੇ ਨੇ। ਆਪਣੇ ਤੋਂ ਉੱਚੀਆਂ ਅਵਸਥਾ ਵਾਲੇ ਜਿਹੜੇ ਗੁਰਮੁਖ ਤਤ ਵੇਤੇ ਨੇ, ਨਾਮ ਦੇ ਰਸੀਏ ਸੰਤ ਭਗਤ ਗੁਰਸਿੱਖ ਬ੍ਰਹਮ ਗਿਆਨੀ ਨੇ, ਉਹਨਾਂ ਵਾਸਤੇ ਅਮਾਲੀ ਸ਼ਬਦ ਵਰਤਿਆ। ਮੇਰੇ ਪੂਜਨੀਕ ਸਤਿਕਾਰਯੋਗ ਮਹਾਂਪੁਰਖ ਤਤ ਵੇਤਿਓ, ਹਉ ਖਰੀ ਸੁਚੱਜੀ, ਮੈਂ ਤੇ ਆਪਣੇ ਆਪ ਦੇ ਵਿੱਚ ਬਹੁਤ ਹੀ ਖਰੀ ਚੰਗੀ ਸੁਚੱਜੀ ਚੰਗੇ ਚੱਜ ਵਾਲੀ ਬਣੀ ਬੈਠੀ ਸੀ ਵੀ ਮੇਰੇ ਵਰਗਾ ਚੱਜ ਕਿਹਨੂੰ ਹੋਵੇਗਾ, ਮੇਰੇ ਜਿੰਨਾ ਗਿਆਨ ਕਿਹਦੇ ਕੋਲ ਹੋਵੇਗਾ, ਮੇਰੇ ਜਿੰਨਾ ਧਿਆਨ ਕਿਹਦੇ ਕੋਲ ਹੋਵੇਗਾ। ਇਸ ਤਰ੍ਹਾਂ ਮੈਂ ਬਹੁਤ ਹੀ ਸੁਚੱਜੀ ਆਪਣੇ ਆਪੇ ਸਿਆਣੀ ਬਣ ਕੇ ਬੈਠ ਗਈ ਸੀ। ਜਦੋਂ ਪਰਮਾਤਮਾ ਦੇ ਸਨਮੁਖ ਚਿੱਤ ਦੀ ਬਿਰਤੀ ਹੋਈ, ਤੈ ਸਹਿ ਏਕ ਨਾ ਭਾਵਾਂ, ਤੇ ਤੈਸ ਮੇਰੇ ਸਹਿਪਤੀ ਪਰਮਾਤਮਾ ਵਾਹਿਗੁਰੂ ਨੂੰ ਇੱਕ ਵੀ ਕੀਤਾ ਹੋਇਆ ਸਾਧਨ ਮੇਰਾ ਭੋਣਾ ਨਹੀਂ ਕੀਤਾ। ਪਰਮਾਤਮਾ ਕਹਿੰਦਾ ਤੇਰੀ ਸਿਆਣਪ ਤੋਂ ਮੈਂ ਕੀ ਲੈਣਾ? ਇੱਕ ਖਿਣ ਵਿੱਚ ਹੀ ਸਿਆਣਪ ਪੁਣਾ ਗਵਾ ਕੇ ਮੂਰਖ ਪੁਣਾ ਪਰਮਾਤਮਾ ਸਾਹਮਣੇ ਰੱਖ ਦਿੰਦਾ ਜੀਵ ਦੇ। ਪੰਡਤਾਂ ਤੋਂ ਮੂਰਖ ਬਣਾ ਦਿੰਦਾ, ਮੂਰਖਾਂ ਨੂੰ ਚਤਰ ਤਤ ਵੇਤੇ ਪੰਡਤ ਵਿਦਵਾਨ ਬਣਾ ਕੇ ਰੱਖ ਦਿੰਦਾ, ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ। ਸਭ ਕੁਝ ਵਾਹਿਗੁਰੂ ਤੋਂ ਪ੍ਰਾਪਤ ਕਰਕੇ ਉਹਦੇ ਅੱਗੇ ਕਦੇ ਸਿਆਣਾ ਨਹੀਂ ਬਣਨਾ। ਸਿਆਣਪ ਹੋਵੇਗੀ ਰੱਖ ਆਪਣੇ ਦਿਮਾਗ ਦੇ ਵਿੱਚ, ਦੂਸਰੇ ਪਾਸ ਵੀ ਸਿਆਣਪ ਆਪਣੀ ਨਾ ਕੋਸ਼ਿਸ਼ ਕਰ ਵੀ ਜ਼ਾਹਰ ਹੋਵੇ। ਇਹ ਨਿਰਮਾਣਤਾ ਹੈ ਗੁਰੂ ਦੇ ਸਿੱਖ ਜਿਹੜੇ ਹੋਇਆ ਕਰਦੇ, ਸਾਰਾ ਕੁਝ ਹੀ ਗਿਆਨ ਧਿਆਨ ਹਾਸਲ ਕਰਕੇ ਤੇ ਫਿਰ ਕਹਿੰਦੇ ਮਹਾਰਾਜ ਮੈਂ ਤੇ ਕੱਖ ਤੋਂ ਵੀ ਖਾਲੀ ਹਾਂ। ਉੱਥੇ ਫਿਰ ਰਹਿਮਤਾਂ ਵਰਤਦੀਆਂ ਇਹੋ ਜਿਹੇ ਪਿਆਰੇ ਫਿਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਭੇਦ ਹੁੰਦੇ ਨੇ।
ਜਦੋਂ ਇਸ ਤਰ੍ਹਾਂ ਬਹੁਤ ਹੀ ਸੁਚੱਜੀ ਮੈਂ ਚੰਗੇ ਚੱਜ ਵਾਲੀ ਸਿਆਣੀ ਬਣ ਕੇ ਖੜ ਗਈ ਪਰਮਾਤਮਾ ਅੱਗੇ, ਪਰਮਾਤਮਾ ਦੀ ਨਜ਼ਰ ਮੇਰੇ ਤੇ ਪਈ ਤੇ ਪਰਮਾਤਮਾ ਨੂੰ ਭਾਉਣਾ ਨਹੀਂ ਕੀਤੀ। ਇੱਕ ਵੀ ਮੇਰਾ ਕੀਤਾ ਸਾਧਨ ਵਾਹਿਗੁਰੂ ਨੂੰ ਪਿਆਰਾ ਨਹੀਂ ਲੱਗਿਆ। ਮਾਠ ਗੁੰਦਾਈ ਪੱਟੀਆ ਭਰੀਐ ਮਾਂਗ ਸੰਧੂਰੇ। ਇੱਥੇ ਇਸਤਰੀ ਰੂਪਕ ਅਲੰਕਾਰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਆ ਹੈ, ਜਿਵੇਂ ਪਤੀ ਦੀ ਪ੍ਰਾਪਤੀ ਕਰਨ ਦੇ ਵਾਸਤੇ ਇਸਤਰੀਆਂ ਕੀ ਕਰਦੀਆਂ, ਆਪਣੇ ਸਿਰ ਦੇ ਜਿਹੜੇ ਵਾਲ ਕੇਸ ਨੇ ਉਹਨਾਂ ਦੀਆਂ ਪੱਟੀਆਂ ਨਾਮ ਜਿਹੜੀਆਂ ਮੀਂਡੀਆਂ ਹੁੰਦੀਆਂ, ਗੁੰਦੀਆਂ ਨਾਮ ਗੁੰਦ ਲੈਂਦੀਆਂ ਨੇ ਤੇ ਮਾਠ ਦਾ ਅਰਥ ਬਣਾ ਲੈਂਦੀਆਂ। ਉਹ ਜਿਹੜੇ ਸਿਰ ਦੇ ਕੇਸ ਨੇ ਉਹਨਾਂ ਨੂੰ ਗੁੰਦ ਕਰਕੇ ਪੱਟੀਆਂ ਮੀਡੀਆਂ ਮਾਠ ਬਣਾ ਲੈਂਦੀਆਂ ਨੇ। ਭਰੀਐ ਮਾਂਗ ਸੰਧੂਰੇ, ਫਿਰ ਚੀਰਮੀ ਕੱਢ ਕਰਕੇ ਸਿਰ ਵਿੱਚ ਉਹਦੇ ਵਿੱਚ ਸੰਧੂਰ ਪਾ ਲੈਂਦੀਆਂ, ਪਤੀ ਦੀ ਪ੍ਰਸੰਨਤਾ ਵਾਸਤੇ ਹੈ। ਇਸੇ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਾਡਾ ਸਾਰਿਆਂ ਦਾ ਪਤੀ ਹੈ। ਅਸੀਂ ਜੀਵ ਰੂਪ ਇਸਤਰੀਆਂ ਪਰਮਾਤਮਾ ਵਾਹਿਗੁਰੂ ਦੀਆਂ ਪਤਨੀਆਂ ਹਾਂ। ਹਮਰੋ ਭਰਤੋ ਵੱਡੋ ਵਿਵੇਕੀ ਆਪੇ ਸੰਤ ਕਹਾਵੇ। ਤੇ ਫਿਰ ਇਧਰ ਜੀਵ ਰੂਪ ਇਸਤਰੀ ਜਿਹੜੀ ਹੈ ਸਾਧ ਸੰਗਤ ਜੀ, ਇਹ ਆਪਣੇ ਸਿਰ ਦੇ ਜਿਹੜੇ ਐਸੇ ਕੇਸ ਨੇ ਤੇ ਉਹਨਾਂ ਦੀਆਂ ਜਿਹੜੀਆਂ ਗੁੰਦਾਈ ਪੱਟੀਆਂ ਮੀਡੀਆਂ ਕੀ ਗੁੰਦਦੀ ਹੈ। ਇਸ ਦੀਆਂ ਜਿਹੜੀਆਂ ਪੱਟੀਆਂ ਕਹੀਏ ਗਿਆਨ ਕਰਮ ਇੰਦਰੇ ਨੇ, ਇਹਨਾਂ ਨੂੰ ਗੁੰਦਾਈ ਗੁੰਦਣਾ ਮਾਠ ਕਰਦੀ ਹੈ। ਇਹਨਾਂ ਦੀਆਂ ਮੀਡੀਆਂ ਬਣਾ ਲੈਂਦੀ, ਭਾਵ ਜਿਹੜੀਆਂ ਇਹਨਾਂ ਨੂੰ ਕੇਸਾਂ ਨੂੰ ਇਕੱਠਿਆਂ ਕਰ ਲਈਦਾ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਜਿਹੜਾ ਗੁਰੂ ਦਾ ਪਿਆਰਾ ਜਗਿਆਸੂ ਇੱਛੁਕ ਹੈ, ਉਹ ਆਪਣੀਆਂ ਇੰਦਰੀਆਂ ਨੂੰ ਇਕੱਠੇ ਕਰ ਲੈਂਦਾ। ਕੇਸ ਇਕੱਠੇ ਕਰਕੇ ਮੀਡੀਆਂ ਬਣ ਜਾਂਦੀਆਂ। ਤੇ ਇਸੇ ਪ੍ਰਕਾਰ ਜਿਹੜੀਆਂ ਗਿਆਨ ਇੰਦਰੀਆਂ ਨੇ, ਅੱਖਾਂ ਨੂੰ ਉਹ ਪਰਾਏ ਰੂਪ ਦੇਖਣ ਤੋਂ ਬੰਦ ਕਰ ਲੈਂਦੇ ਨੇ। ਜਿਹੜੇ ਕੰਨ ਨੇ ਉਹਨਾਂ ਵਿੱਚ ਬੁੱਝੇ ਦੇ ਕਰਕੇ ਮਾੜੇ ਸ਼ਬਦ ਸੁਣਨ ਤੋਂ ਰੋਕ ਲੈਂਦੇ ਨੇ। ਜ਼ੁਬਾਨ ਜਿਹੜੀ ਹੈ ਉਸ ਨੂੰ ਨਿੰਦਿਆ ਕਰਨ ਵੱਲੋਂ ਰੋਕ ਲੈਂਦੇ, ਕਿਸੇ ਦਾ ਬੁਰਾ ਨਹੀਂ ਬੋਲਦੇ ਹਨ। ਇਸੇ ਤਰ੍ਹਾਂ ਹੱਥ ਮਾੜਾ ਕਰਮ ਕਰਨ ਤੋਂ ਰੋਕ ਲਏ ਤੇ ਸਾਡੇ ਜਿਹੜੇ ਪੈਰ ਨੇ ਬੁਰੀ ਕੁਸੰਗਤ ਵੱਲ ਜਾਣ ਤੋਂ ਰੋਕ ਲਏ। ਇਹ ਐਸੀਆਂ ਗੁਰੂ ਦੇ ਪਿਆਰਿਆਂ ਨੇ ਪੱਟੀਆਂ ਕਹੀਏ ਮੀਡੀਆਂ ਦੀ ਨਿਆਈ ਆਪਣੀਆਂ ਇੰਦਰੀਆਂ ਨੂੰ ਗੁੰਦਾਈ ਗੁੰਦਣਾ ਕੀਤਾ ਹੈ। ਭਰੀਐ ਮਾਂਗ ਸੰਧੂਰੇ, ਤੇ ਫਿਰ ਮਾਂਗ ਨਾਮ ਚੀਰਮੀ ਦਾ ਹੈ ਤੇ ਸੰਧੂਰ ਜਿਵੇਂ ਚੀਰਮੀ ਦੇ ਵਿੱਚ ਭਰਿਆ ਜਾਂਦਾ ਪਾਇਆ ਜਾਂਦਾ, ਇਸ ਤਰ੍ਹਾਂ ਗੁਰੂ ਦੇ ਜਿਹੜੇ ਪਿਆਰੇ ਗੁਰਸਿੱਖ ਨੇ ਉਹ ਸਾਧਨ ਵੀ ਬੜੇ ਕਰਦੇ ਨੇ। ਤੇ ਜੇ ਪਰਮਾਤਮਾ ਸ਼ਾਇਦ ਇਹ ਸਾਧਨ ਦੇ ਨਾਲ ਮੈਨੂੰ ਮਿਲ ਜਾਣਾ ਕਰੇ। ਕਈ ਕੀ ਕਰਦੇ ਨੇ, ਉਹ ਆਪਣੇ ਸਿਰ ਦੇ ਜਿਹੜੇ ਆਪਣੀਆਂ ਜਟਾਵਾਂ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਗੁੰਦ ਕਰਕੇ ਮੀਡੀਆਂ ਦੇ ਵਾਂਗ ਸਿਰ ਦੇ ਕੇਸਾਂ ਦੀਆਂ ਜਟਾਵਾਂ ਬਣਾ ਲੈਂਦੇ ਨੇ। ਇੱਕ ਤਾਂ ਕੁਦਰਤੀ ਹੁੰਦੀਆਂ, ਬਾਲਕ ਜਿਹੜੀ ਅਵਸਥਾ ਹੈ ਜਨਮ ਤੋਂ ਲੈ ਕੇ ਜਮਾਂਦਰੂ ਕਿਸੇ ਦੀਆਂ ਜਟਾਵਾਂ ਬਣ ਜਾਣੀਆਂ। ਇੱਕ ਲੋਕ ਕੀ ਕਰਦੇ, ਦੁਨੀਆ ਨੂੰ ਠੱਗਣ ਵਾਸਤੇ ਉਹ ਸਵਾਹ ਲੈ ਲੈਂਦੇ, ਉਹਦੇ ਵਿੱਚ ਬੋਹੜ ਦਾ ਦੁੱਧ ਪਾ ਕਰਕੇ ਚੰਗੀ ਤਰ੍ਹਾਂ ਮਲਦੇ ਨੇ। ਫਿਰ ਉਹ ਥੋੜੇ ਥੋੜੇ ਬਾਲ ਲੈ ਕੇ ਮੀਂਡੀਆਂ ਦੇ ਵਾਂਗ ਉਹਦੇ ਵਿੱਚ ਉਹ ਸਾਧ ਸੰਗਤ ਜੀ ਦੁੱਧ ਦੀਆਂ ਜਟਾਵਾਂ ਨਾਲ ਮਲ ਕਰਕੇ ਜਟਾਵਾਂ ਬਣਾ ਲੈਂਦੇ ਨੇ। ਉਹ ਪਖੰਡ ਹੁੰਦਾ ਲੋਕਾਂ ਨੂੰ ਆਪਣੇ ਵਸ ਵਿੱਚ ਕਰਨ ਵਾਸਤੇ ਵੀ ਸਾਧੂ ਜਟਾਵਾਂ ਵਾਲਾ ਹੈ, ਇਹਦੇ ਬਚਨ ਸੱਚੇ ਹੁੰਦੇ, ਸਿੱਧ ਪੁਰਖ ਹੈ, ਕਮਾਈ ਵਾਲਾ, ਇਹ ਜੋਗੀਆਂ ਦੇ ਵਿੱਚੋਂ ਹੈ, ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ। ਇੱਧਰ ਜਿਹੜਾ ਫਿਰ ਉਹ ਐਸੀਆਂ ਉਹ ਮੀਂਡੀਆਂ ਦੀ ਨਿਆਈ ਜਟਾਵਾਂ ਬਣਾ ਲੈਂਦੇ। ਉਹਦੇ ਵਿੱਚ ਸੰਧੂਰੇ ਦਾ ਅਰਥ ਕੀ, ਸੰਗ ਭਲੀ ਪ੍ਰਕਾਰ ਧੂਰੇ ਨਾਮ ਧੂੜਾ ਮਿੱਟੀ ਪਾ ਲੈਂਦੇ ਨੇ, ਸਵਾਹ ਪਾ ਲੈਂਦੇ ਚੁੱਕ ਕਰਕੇ ਸਿਰ ਦੇ ਅੰਦਰ ਜੀ। ਅਸੀਂ ਤੇ ਸਾਧੂ ਹੋ ਗਏ, ਪਰਮਾਤਮਾ ਨਾਲ ਮਿਲੇ, ਅਸੀਂ ਜੋਗੀ ਬਣ ਗਏ। ਜੋਗੀ ਇਸ ਤਰ੍ਹਾਂ ਨਹੀਂ ਬਣਿਆ ਜਾਂਦਾ ਵੀ ਮੁੰਦਰਾਂ ਪਾ ਲੀਆਂ, ਕੰਨ ਪਾੜ ਕੇ ਜਟਾਵਾਂ ਰੱਖ ਲਈਆਂ ਤੇ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਜੋੜਨ ਵਾਲੇ ਦਾ ਨਾਮ ਜੋਗੀ ਹੈ। ਗੁਰੂ ਦਾ ਸਿੱਖ ਵੀ ਜਦੋਂ ਅੰਮ੍ਰਿਤ ਵੇਲੇ ਜੁੜਦਾ ਸਿਮਰਨ ਦੇ ਵਿੱਚ, ਉਹ ਵੀ ਜੋਗੀ ਹੈ ਉਸ ਵੇਲੇ। ਤਤ ਵੇਤੇ ਜਦੋਂ ਸੁਰਤ ਜੁੜ ਜਾਂਦੀ ਕਿਸੇ ਨਾਮ ਰਸੀਏ ਦੀ, ਉਹ ਜੁੜੇ ਹੋਏ ਨੂੰ ਜੋਗੀ ਕਿਹਾ ਜਾਂਦਾ ਹੈ। ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਨ ਦੇ ਵਾਸਤੇ ਇਸ ਤਰ੍ਹਾਂ ਜਿਹੜੀਆਂ ਇੰਦਰੀਆਂ ਦਾ ਉਹਨਾਂ ਦਾ ਦਮਨ ਕਰ ਲਿਆ, ਗੁੰਦਾਈ ਗੁੰਦ ਲੈਣਾ ਕੀਤਾ, ਇੰਦਰੀਆਂ ਬੰਦ ਕਰ ਲਈਆਂ
ਤੇ ਸਿਰ ਦੇ ਉੱਤੇ ਜਟਾਵਾਂ ਬਣਾ ਕਰਕੇ ਉਹਦੇ ਵਿੱਚ ਧੂੜਾ ਤੇ ਸਵਾਹ ਜਿਹੜੀ ਰਾਖ ਆਦਿਕ ਹੈ ਇਹ ਵੀ ਸੰਧੂਰ ਦੀ ਨਿਆਈ ਪਾ ਕੇ ਵੇਖ ਲਈ ਹੈ। ਅੱਗੇ ਗਈ ਨਾ ਮੰਨੀਆ ਮਰੋ ਵਿਸੂਰ ਵਿਸੂਰੇ। ਜਦੋਂ ਚਿੱਤ ਦੀ ਵਿਰਤੀ ਸੰਸਾਰ ਵੱਲੋਂ ਉੱਚੀ ਉੱਠ ਕਰਕੇ ਨਿਰੰਕਾਰ ਦੇ ਵੱਲ ਅੱਗੇ ਨੂੰ ਗਈ ਜਾਣਾ ਕੀਤੀ, ਨਾ ਮੰਨੀਆਂ, ਪਰਮਾਤਮਾ ਨੇ ਕੁਝ ਨਹੀਂ ਮੰਨਿਆ। ਕਹਿੰਦੇ ਮੈਨੂੰ ਤੇਰੀਆਂ ਪ੍ਰਵਾਨ ਨਹੀਂ ਜਟਾਵਾਂ ਰੱਖੀਆਂ ਹੋਈਆਂ, ਸਿਰ ਵਿੱਚ ਸੰਧੂਰ ਦੀ ਨਿਆਈ ਪਾਇਆ ਹੋਇਆ ਜਿਹੜਾ ਐਸਾ ਮਿੱਟੀ ਘੱਟਾ ਧੂੜ ਕੋਈ ਰਾਖ ਸੁਆਹ ਹੈ ਇਹ ਸਾਨੂੰ ਪ੍ਰਵਾਨ ਨਹੀਂ ਹੈ। ਇੰਦਰੀਆਂ ਕੱਲੀਆਂ ਦਮਨ ਕੀਤੀਆਂ ਪ੍ਰਵਾਨ ਨਹੀਂ, ਜਿਤਨੀ ਦੇਰ ਅੰਦਰੋਂ ਮਨ ਨਹੀਂ ਰੁਕ ਜਾਂਦਾ। ਇੰਦਰੀਆਂ ਵੀ ਰੋਕਣੀਆਂ ਚੰਗੀਆਂ ਨੇ, ਪਰੰਤੂ ਮਨ ਨੂੰ ਵਸ ਕਰਨ ਵਾਸਤੇ ਇੰਦਰੀਆਂ ਨੂੰ ਰੋਕਣਾ ਹੈ। ਐਸਾ ਨਾ ਹੋਵੇ ਕਿ ਕਿਸੇ ਨੂੰ ਠੱਗੀ ਮਾਰਨ ਵਾਸਤੇ ਨੇਤਰ ਬੰਦ ਕਰ ਲਵੇ ਤੇ ਜਦੋਂ ਵਸਤੂ ਰੱਖ ਕੇ ਚਲਿਆ ਜਾਵੇ ਨੇਤਰ ਖੋਲ ਕੇ ਵਸਤੂ ਪਰੇ ਰੱਖ ਦੇਵੇ ਤੇ ਫਿਰ ਨੇਤਰ ਬੰਦ ਕਰਕੇ ਬਗਲਾ ਸਮਾਧੀ ਲਾ ਲਵੇ। ਇਹੋ ਜੀਆਂ ਸਮਾਧੀਆਂ ਪਰਮਾਤਮਾ ਵਾਹਿਗੁਰੂ ਦੇ ਦਰ ਤੇ ਨਹੀਂ ਮੰਨੀਆਂ ਜਾਂਦੀਆਂ, ਪ੍ਰਵਾਨ ਨਹੀਂ ਹੁੰਦੀਆਂ। ਮਰੋਂ ਵਿਸੂਰ ਵਿਸੂਰੇ, ਜਦੋਂ ਇਹ ਹਾਲਤ ਹੋ ਗਈ ਪਰਮਾਤਮਾ ਨੇ ਕੁਝ ਨਹੀਂ ਮੰਨਣਾ ਕੀਤਾ, ਫਿਰ ਮੈਂ ਵਿਸੂਰ ਦਾ ਅਰਥ ਹੈ ਝੁਰ ਝੁਰ ਕਰਕੇ ਵਿਛੋੜੇ ਦੀ ਮਾਰੀ ਹੋਈ ਮਰੋ ਮਰਨਾ ਕੀਤੀ। ਬੜਾ ਉਥੇ ਫਿਰ ਭਾਰੀ ਦੁੱਖ ਲੱਗਣਾ ਕੀਤਾ। ਮੈਂ ਰੋਵੰਦੀ ਸਭ ਜਗ ਰੁਨਾ ਰੁਨੜੇ ਵਣੋ ਪੰਖੇਰੂ। ਇੱਥੇ ਬਾਬਾ ਰਾਮ ਥੰਮਣ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬੇਨਤੀ ਵਿੱਚ ਕਹਿ ਰਹੇ, ਮਹਾਰਾਜ ਜਦੋਂ ਐਸੀ ਹਾਲਤ ਹੋ ਗਈ ਮੈਂ ਰੋਵੰਦੀ, ਮੈਂ ਰੋਂਦੀ ਸੀ ਵਿਛੋੜੇ ਦੇ ਵਿੱਚ ਵੀ ਪਰਮਾਤਮਾ ਇੰਨਾ ਕੁਝ ਕਰ ਲਿਆ, ਇੰਨੀ ਜ਼ਿੰਦਗੀ ਲੰਘ ਗਈ ਸਾਧਨ ਕਰਦੇ ਦੀ ਤੇ ਹਾਲੇ ਵੀ ਆਹੀ ਹਾਲਤ ਰਹੀ, ਤੇਰੇ ਦਰਸ਼ਨ ਦੀਦਾਰ ਹਾਲੇ ਵੀ ਨਹੀਂ ਹੋ ਸਕੇ। ਆਪ ਜੀ ਦਾ ਸਰੂਪ ਜਿਹੜਾ ਹੈ ਅੰਦਰੋਂ ਸੁਰਤ ਵਿੱਚੋਂ ਕਿਉਂ ਚਲਿਆ ਗਿਆ, ਉਹ ਸੁਰਤ ਦੇ ਅੰਦਰ ਸਰੂਪ ਲੱਭਣ ਵਾਸਤੇ ਮੈਂ ਬਹੁਤ ਉੱਚੀ ਉੱਚੀ ਰੋਣਾ ਕੀਤੀ। ਸਭ ਜਗ ਰੁਨਾ, ਤੇ ਫਿਰ ਜਦੋਂ ਵੇਖਿਆ ਆਪਣੇ ਵਰਗੇ ਬਰਾਬਰ ਦੇ ਸਾਧੂ ਮਹਾਤਮਾ ਸਾਧਨਾ ਕਰਨ ਵਾਲੇ, ਸਾਰੀ ਦੁਨੀਆ ਹੀ ਰੋਈ ਜਾਂਦੀ ਹੈ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੋਈ ਜੰਗਲਾਂ 'ਚ ਬੈਠ ਕੇ ਰੋਂਦਾ, ਕੋਈ ਤੀਰਥਾਂ ਦੇ ਕਿਨਾਰੇ ਬੈਠਾ ਰੋਈ ਜਾਂਦਾ, ਕੋਈ ਅੱਧੀ ਰਾਤ ਦੇ ਵਕਤ ਘਰ ਦੇ ਵਿੱਚ ਬੈਰਾਗੀ ਹੋ ਕਰਕੇ ਰੋਣ ਲੱਗ ਜਾਂਦਾ। ਸਾਰਾ ਜਿੰਨਾ ਜਗਤ ਸੰਸਾਰ ਹੈ ਰੋਣਾ ਰੋ ਰਿਹਾ ਹੈ। ਰੁਨੜੇ ਵਣੋਂ ਪੰਖੇਰੂ, ਵਣੋਂ ਦਾ ਅਰਥ ਜਿਹੜੇ ਜੰਗਲ ਦੇ ਪੰਖੇਰੂ ਪੰਛੀ ਨੇ, ਜਾਨਵਰ ਨੇ, ਜੰਗਲਾਂ ਵਿੱਚ ਰਹਿਣ ਵਾਲੇ, ਉਹ ਵੀ ਮੈਨੂੰ ਵੇਖ ਕਰਕੇ ਰੁਨੜੇ ਰੋਣ ਲੱਗ ਪਏ ਵੀ ਇਸਨੇ ਇੰਨੇ ਸਾਧਨ ਕੀਤੇ ਨੇ ਤੇ ਸਾਡਾ ਕੀ ਹਾਲ ਹੋਵੇਗਾ। ਇਸ ਨੂੰ ਪਰਮਾਤਮਾ ਨਹੀਂ ਮਿਲਿਆ, ਸਾਨੂੰ ਕਦੋਂ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਦੂਜਾ ਅਰਥ ਇਸ ਪੰਕਤੀ ਦਾ, ਮੈਂ ਰੋਵੰਦੀ ਸਭ ਜਗ ਰੁਨਾ ਰੁਨੜੇ ਵਣੋਂ ਪੰਖੇਰੂ, ਤੇ ਮੈਂ ਰੋਵੰਦੀ ਰੋਂਦੀ ਹਾਂ ਬੈਰਾਗ ਦੇ ਵਿੱਚ ਆ ਕਰਕੇ, ਤੇ ਸਭ ਜਗ ਰੁਨਾ। ਜਗ ਦਾ ਅਰਥ ਜਿਹੜੇ ਜਗਿਆਸੂ ਨੇ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੇ, ਉਹ ਸਾਰੇ ਰੋਈ ਜਾਂਦੇ ਨੇ। ਰੁਨੜੇ ਵਣੋਂ ਪੰਖੇਰੂ, ਵਣੋਂ ਜੰਗਲਾਂ ਦੇ ਵਿੱਚ ਪੰਖੇਰੂ ਪੰਛੀਆਂ ਦੀ ਨਿਆਈ ਬੈਠਣ ਵਾਲੇ ਜਿਹੜੇ ਬਾਨ ਪ੍ਰਸਤੀ ਨੇ, ਜਿਨ੍ਹਾਂ ਨੇ ਘਰਾਂ ਵਿੱਚ ਕਦੇ ਪੈਰ ਹੀ ਨਹੀਂ ਪਾਇਆ, ਜੰਗਲਾਂ ਵਿੱਚ ਹੀ ਜ਼ਿੰਦਗੀਆਂ ਲੰਘ ਗਈਆਂ ਜਪ ਤਪ ਕਰਦੇ ਆਂਦੀਆਂ, ਉਹ ਵੀ ਮੇਰੇ ਵੱਲ ਵੇਖ ਕਰਕੇ ਰੋਣ ਲੱਗ ਗਏ ਨੇ ਵੀ ਜੇ ਏਡੀ ਕਮਾਈ ਕਰਨ ਵਾਲੇ ਨੂੰ ਪਰਮਾਤਮਾ ਨਹੀਂ ਮਿਲਿਆ ਤੇ ਸਾਡੀ ਕੀ ਹਾਲਤ ਹੋਵੇਗੀ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋ ਵਿਛੋੜੀ। ਸਤਿਗੁਰੂ ਪਾਤਸ਼ਾਹ ਜੀ ਸਾਰਾ ਸੰਸਾਰ ਰੋ ਪਿਆ, ਸਾਰੇ ਪੰਛੀ ਪਸ਼ੂ ਪਰਿੰਦੇ ਜੰਗਲਾਂ ਦੇ ਦਰਖਤ ਰੋਣ ਲੱਗ ਪਏ, ਸਾਰੇ ਜਗਿਆਸੂ ਰੋਂਦੇ ਹੋਏ ਵੇਖ ਲਏ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਮੇਰੇ ਅੰਦਰ ਜਿਹੜਾ ਤਨ ਦਾ ਬਿਰਹਾ ਕਹੀਏ ਵਿਛੋੜਾ ਹੈ ਸਰੀਰ ਦੇ ਵਿੱਚ, ਤੇ ਜਿਹੜਾ ਪਰਮਾਤਮਾ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਹੀ ਨਹੀਂ ਕਰਦਾ, ਉਹ ਨਹੀਂ ਰੋਣਾ ਕੀਤਾ। ਜਿਨਹੋਂ ਪਿਰਹੋ ਵਿਛੋੜੀ, ਜਿਸ ਵਿਛੋੜੇ ਨੇ ਪਰਮਾਤਮਾ ਵਾਹਿਗੁਰੂ ਨਾਲੋਂ ਵਿਛੋੜ ਕਰਕੇ ਦੂਰ ਕਰ ਦਿੱਤਾ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਮੇਰੇ ਤਨ ਸਰੀਰ ਨੂੰ ਜਿਹੜਾ ਹੈ ਇਸ ਪ੍ਰਕਾਰ ਦੂਰ ਲੈ ਕੇ ਜਾਣ ਵਾਲਾ, ਅੰਦਰ ਜਿਹੜਾ ਸੀ ਹਉਮੈ ਦਾ ਰੋਗ ਲੱਗਿਆ ਹੋਇਆ, ਤੇ ਇਹਦੇ ਕਰਕੇ ਸਰੀਰ ਪਰਮਾਤਮਾ ਦੇ ਨੇੜੇ ਨਹੀਂ ਜਾਂਦਾ, ਤੇ ਹਉਮੈ ਕਰਕੇ ਅੰਦਰੋਂ ਜਿਹੜਾ ਐਸਾ ਰੋਗ ਸੀ ਲੱਗਿਆ ਹੋਇਆ, ਤੇ ਹਉਮੈ ਦੇ ਹੰਕਾਰੀ ਹੋਣ ਕਰਕੇ ਅੰਦਰੋਂ ਜਿਹੜਾ ਵਿਰਾਗ ਨਹੀਂ ਫੁੱਟਿਆ।
ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਸਰੀਰ ਦਾ ਜਿਹੜਾ ਬਿਰਹਾ ਵਿਛੋੜਾ ਹੈ ਇਹ ਨਹੀਂ ਰੋਣਾ ਕੀਤਾ ਜਿਸ ਨੇ ਪਰਮਾਤਮਾ ਤੋਂ ਵਿਛੋੜ ਕੇ ਦੂਰ ਕਰ ਦਿੱਤਾ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਜਿਸ ਵੇਲੇ ਐਸੀ ਜਾ ਕਰਕੇ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੁਆਰਾ ਸਮਾਧੀ ਦੇ ਵਿੱਚ ਚਲੇ ਗਏ, ਸਮਾਧੀ ਦੀ ਨੀਂਦ ਆ ਗਈ, ਉਸ ਵਿੱਚ ਚਿੱਤ ਦੀ ਵਿਰਤੀ ਦੀ ਇਕਾਗਰਤਾ ਰੂਪ ਸੁਪਨਾ ਬਣ ਗਿਆ। ਉਹ ਸੁਪਨੇ ਵਿੱਚ ਫਿਰ ਪਰਮਾਤਮਾ ਵਾਹਿਗੁਰੂ ਦੇ ਸੁੰਦਰ ਸਰੂਪ ਦੇ ਜਿਹੜੇ ਦਰਸ਼ਨਾਂ ਦਾ ਝਲਕਾਰਾ ਕਰੋੜਾਂ ਸੂਰਜਾਂ ਵਰਗੇ ਚਾਨਣ ਵਰਗਾ ਲੱਗਿਆ। ਐਸਾ ਝਲਕਾਰਾ ਵੱਜ ਗਿਆ ਤੇ ਮੈਨੂੰ ਮਾਣ ਹੋ ਗਿਆ ਵੀ ਮੈਨੂੰ ਪਰਮਾਤਮਾ ਮਿਲ ਗਿਆ। ਤੇ ਉਸ ਵੇਲੇ ਜਦੋਂ ਇੰਨਾ ਕੋ ਮਨ ਵਿੱਚ ਮਾਣ ਹੋਇਆ, ਭੀ ਗਿਆ, ਉਹੀ ਸਰੂਪ ਫਿਰ ਨਿਕਲ ਗਿਆ ਚਿੱਤ ਦੀ ਵਿਰਤੀ ਵਿੱਚੋਂ, ਅੱਜ ਤੱਕ ਉਹ ਮੁੜ ਕੇ ਪ੍ਰਾਪਤ ਨਹੀਂ ਹੋਇਆ। ਮੈਂ ਜਲ ਭਰਿਆ ਰੋਏ, ਫਿਰ ਮੈਂ ਆਪਣੇ ਜਿਹੜੇ ਮਨ ਤੇ ਬੁੱਧੀ ਰੂਪ ਨੇਤਰ ਨੇ ਇਹਨਾਂ ਵਿੱਚ ਬੈਰਾਗ ਦਾ ਜਲ ਭਰ ਕਰਕੇ ਹੰਝੂ ਭਰ ਭਰ ਕੇ ਰੋਇਆ, ਰੋਣਾ ਕੀਤਾ। ਹੁਣ ਰੋਏ ਤੋਂ ਕੀ ਬਣੇਗਾ? ਕੁਝ ਵੀ ਨਹੀਂ ਬਣਨਾ। ਜਿੰਨੀ ਮਰਜ਼ੀ ਦੁਨੀਆ ਰੋਈ ਜਾਵੇ, ਕਿੰਨੇ ਲੋਕ ਕੀਰਨੇ ਪਾਉਂਦੇ, ਸਿਆਪੇ ਕਰਦੇ, ਉੱਚੀ ਉੱਚੀ ਚੀਕਾਂ ਮਾਰ ਕੇ ਦੁਨੀਆ ਰੋਂਦੀ ਪਈ ਹੈ। ਨਾਨਕ ਦੁਖੀਆ ਸਭ ਸੰਸਾਰ, ਕੱਲੇ ਰੋਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਰੋਣਾ ਹੈ ਤੇ ਨੇਤਰਾਂ ਚੋਂ ਬੈਰਾਗ ਦੇ ਆਂਸੂ ਡਿੱਗਦੇ ਹੋਣ ਤੇ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੋਵੇ। ਰੋਣਾ ਸਫਲਾ ਬਣ ਜਾਂਦਾ, ਫਿਰ ਉੱਥੇ ਵੈਰਾਗ ਜਿਹੜਾ ਸਾਂਭਿਆ ਜਾਵੇ ਤੇ ਪਰਮਾਤਮਾ ਦੀ ਪ੍ਰਾਪਤੀ ਬੜੀ ਤੀਬਰ ਜਲਦੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਾਵਨ ਇਹ ਬਚਨ ਉਚਾਰਦੇ, ਸੁਪਨੇ ਵਿੱਚ ਪਰਮਾਤਮਾ ਦਾ ਸਰੂਪ ਜਿਹੜਾ ਪ੍ਰਾਪਤ ਹੋਇਆ ਸੀ, ਹੰਗਤਾ ਹੋਣ ਕਰਕੇ, ਹਉਮੈ ਹੋਣ ਕਰਕੇ ਭੀ ਗਿਆ, ਫਿਰ ਚਲਿਆ ਗਿਆ। ਮੈਂ ਜਲ ਭਰਿਆ ਰੋਏ, ਦੋਵੇਂ ਅੱਖਾਂ ਵਿੱਚ ਪ੍ਰਤੱਖ ਜਲ ਭਰ ਕੇ ਰੋਇਆ, ਮਨ ਬੁੱਧੀ ਰੂਪ ਨੇਤਰਾਂ ਵਿੱਚ ਬੈਰਾਗ ਦਾ ਜਲ ਭਰ ਕੇ ਰੋਣਾ ਕੀਤਾ। ਹਾਂ ਆਏ ਨਾ ਸਕਾ ਤੁਝ ਕਨ ਪਿਆਰੇ, ਭੇਜ ਨਾ ਸਕਾ ਕੋਏ। ਫਿਰ ਵੈਰਾਗ ਦੇ ਵਿੱਚ ਇਹ ਬੇਨਤੀ ਦੇ ਸ਼ਬਦ ਕਹੇ, ਮਹਾਰਾਜ ਆਏ ਨਾ ਸਕਾਂ ਤੁਝ ਕਨ ਪਿਆਰੇ, ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਮੈਂ ਆਪਣੀ ਤਾਕਤ ਕਰਕੇ, ਆਪਣੇ ਮਨ ਕਰਕੇ ਮੈਂ ਤੁਹਾਡੇ ਤੱਕ ਆ ਨਹੀਂ ਸਕਦਾ। ਜੇ ਬੰਦਾ ਮਨ ਕਰਕੇ ਪਹੁੰਚਦਾ ਹੋਵੇ, ਇੱਕ ਖਿਣ ਵਿੱਚ ਹੀ ਮਨ 7 ਸਮੁੰਦਰ ਲੰਘ ਜਾਂਦਾ। ਮਨ ਦੀ ਚਾਲ ਬੜੀ ਤੇਜ਼ ਹੈ, ਪਰਮਾਤਮਾ ਦੇ ਤੱਕ ਇਹ ਮਨ ਵੀ ਨਹੀਂ ਪਹੁੰਚਦਾ ਹੈ। ਮਨ ਮਾਰੇ ਬਿਨ ਭਗਤ ਨਾ ਹੋਈ, ਮਨ ਨੂੰ ਤੇ ਖਤਮ ਕਰਨਾ, ਤੇ ਮਨ ਤੇ ਸਾਡਾ ਬੜਾ ਚੰਚਲ ਹੋਇਆ ਪਿਆ। ਗੁਟਕਾ ਫੜਦਾ, ਨਿਤਨੇਮ ਕਰਦਾ, ਸਾਰੀ ਦੁਨੀਆ ਘੁੰਮ ਆਉਂਦਾ ਮਨ ਓਨੇ ਸਮੇਂ ਵਿੱਚ। ਤੇ ਜਦੋਂ ਕਿਤੇ ਸਿਮਰਨ ਵਿੱਚ ਜੁੜਨ ਲੱਗਦਾ ਤੇ ਉਸ ਵੇਲੇ ਵੀ ਸੰਕਲਪ ਵਿਕਲਪ, ਚੰਗੇ ਮਾੜੇ ਫੁਰਨੇ ਮਨ ਦੇ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਇਹ ਤੇ ਸਾਡੇ ਮਨ ਦੀ ਹਾਲਤ ਹੈ। ਇਹ ਮਨ ਕਦੋਂ ਸੁੱਧ ਹੋ ਕੇ ਪਰਮਾਤਮਾ ਤੱਕ ਜਾਵੇਗਾ? ਮੇਰਾ ਜਿਹੜਾ ਐਸਾ ਪਾਪੀ ਮਨ ਹੈ, ਆਏ ਨਾ ਸਕਾਂ ਤੁਝ ਕਨ ਪਿਆਰੇ, ਇਹਦੇ ਸਹਾਰੇ ਵਾਹਿਗੁਰੂ ਪਿਆਰੇ ਮੈਂ ਤੇਰੇ ਤੱਕ ਆ ਵੀ ਨਹੀਂ ਸਕਦਾ। ਇਹ ਮਨ ਦੀ ਪਹੁੰਚ ਨਹੀਂ ਹੈ ਤੇਰੇ ਤੱਕ। ਭੇਜ ਨਾ ਸਕਾਂ ਕੋਏ, ਤੇ ਬਾਕੀ ਜਿਹੜੇ ਗਿਆਨ ਕਰਮ ਇੰਦਰੇ ਇਹ ਮੈਂ ਤੇਰੇ ਤੱਕ ਭੇਜ ਵੀ ਨਹੀਂ ਸਕਦਾ। ਵੀ ਹੱਥ ਭੇਜ ਕੇ ਹੱਥਾਂ ਨਾਲ ਹੀ ਵਾਹਿਗੁਰੂ ਨੂੰ ਪਕੜ ਲਵਾਂ, ਪੈਰਾਂ ਨਾਲ ਭੱਜ ਕੇ ਪਰਮਾਤਮਾ ਦੇ ਤੱਕ ਚਲਿਆ ਜਾਵਾਂ, ਇਹ ਇੰਦਰੀਆਂ ਦੇ ਅਵਿਸ਼ੇ ਹੈ। ਮਨ ਦੇ ਅਗੋਚਰ ਹੈ ਪਰਮਾਤਮਾ ਆਪ ਜੀ ਦਾ ਜੋ ਸਰੂਪ ਹੈ। ਆਓ ਸੁਭਾਗੀ ਨੀਂਦੜੀਏ, ਮਤ ਸਹੁ ਦੇਖਾਂ ਸੋਏ। ਇੱਥੇ ਤਾਂ ਫਿਰ ਇਹੀ ਹੁਣ ਕਹਿਣਾ ਬਣ ਜਾਂਦਾ ਕਿ ਹੇ ਸੁਭਾਗੀ ਭਾਗਾਂ ਵਾਲੀ ਐਸੀ ਸਮਾਧੀ ਰੂਪ ਨੀਂਦੜੀਏ ਤੂੰ ਹੀ ਆ ਜਾ। ਜਿਹੜੀ ਨਿਰਵਿਕਲਪ ਸਮਾਧ ਹੈ ਇਹ ਲੱਗ ਜਾਵੇ। ਸਮਾਧੀਆਂ ਵੀ ਦੋ ਨੇ, ਇੱਕ ਵਿਕਲਪ ਹੁੰਦੀ ਫੁਰਨਾ ਰੱਖ ਕੇ, ਇੱਕ ਹੁੰਦੀ ਨਿਰਵਿਕਲਪ ਫੁਰਨੇ ਤੋਂ ਬਿਨਾ ਸਮਾਧੀ ਵਿੱਚ ਚਲੇ ਜਾਣਾ। ਐਸੀ ਜਿਹੜੀ ਨਿਰਵਿਕਲਪ ਸਮਾਧੀ ਹੈ, ਐਸੀ ਸਮਾਧੀ ਸੁਭਾਗਾਂ ਵਾਲੀ ਨੀਂਦੜੀ ਤੂੰ ਮੈਨੂੰ ਆ ਕੇ ਪ੍ਰਾਪਤ ਹੋ ਜਾ। ਭਾਵ ਮੈਂ ਸਮਾਧ ਦੇ ਵਿੱਚ ਜਾ ਕਰਕੇ ਲੀਨ ਹੋ ਜਾਵਾਂ। ਮਤ ਸਹੁ ਦੇਖਾਂ ਸੋਏ, ਮਤਾ ਉਥੇ ਸੋਏ। ਤਤ ਪਦ ਦਾ ਲੱਖ ਅਰਥ ਜਿਹੜਾ ਪਰਮਾਤਮਾ ਵਾਹਿਗੁਰੂ ਸਹੁ ਸਾਰਿਆਂ ਦਾ ਪਤੀ, ਮੈਂ ਸਮਾਧੀ ਵਿੱਚ ਹੀ ਦੇਖ ਲਵਾਂ, ਉਹਦੇ ਦਰਸ਼ਨ ਕਰ ਲਵਾਂ। ਐ ਸਾਹਿਬ ਕੀ ਬਾਤ ਜੇ ਆਖੈ,
ਕਹੋ ਨਾਨਕ ਕਿਆ ਦੀਜੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਪਿਆਰ ਨਾਲ ਪੁੱਛਦੇ ਨੇ ਬਾਬਾ ਰਾਮ ਥੰਮਣ ਜੀ ਨੂੰ, ਜੇਕਰ ਤੈਨੂੰ ਕੋਈ ਪਿਆਰੇ ਸਾਹਿਬ ਪਰਮਾਤਮਾ ਦੇ ਮਿਲਾਪ ਦੀ ਬਾਤ ਕੋਈ ਗੱਲ ਦੱਸ ਦੇਵੇ, ਕੋਈ ਵਿਚਾਰ ਸੁਣਾ ਦੇਵੇ ਵੀ ਇਸ ਤਰ੍ਹਾਂ ਪਰਮਾਤਮਾ ਦਾ ਸਰੂਪ ਹੈ, ਆਹ ਢੰਗ ਦੇ ਨਾਲ ਪ੍ਰਾਪਤ ਹੋ ਸਕਦਾ, ਜੇ ਤੈਨੂੰ ਪਿਆਰੇ ਮਾਲਕ ਦੀ ਕੋਈ ਬਾਤ ਆਖੈ ਸੁਣਾਉਣੀ ਕਰੇ, ਆ ਕੇ ਦੱਸਣੀ ਕਰੇ, ਕਹੋ ਨਾਨਕ ਕਿਆ ਦੀਜੈ। ਉਸ ਪਿਆਰੇ ਨੂੰ ਗੁਰੂ ਦੀ ਬਾਤ ਸੁਣਾਉਣ ਦੇ ਬਦਲੇ ਕੀ ਦੇਣਾ ਕਰੋਗੇ ਭੇਟਾ ਦੇ ਵਿੱਚ? ਸੀਸ ਵੱਡੇ ਕਰ ਬੈਸਣ ਦੀਜੈ, ਵਿਨ ਸਿਰ ਸੇਵ ਕਰੀਜੈ। ਬਾਬਾ ਰਾਮ ਥੰਮਣ ਜੀ ਵੱਲੋਂ ਬੇਨਤੀ ਰੂਪ ਦੇ ਵਿੱਚ ਸਤਿਗੁਰਾਂ ਦੇ ਸਨਮੁਖ ਸ਼ਬਦ ਕਿਹਾ, ਮਹਾਰਾਜ ਸੀਸ ਵੱਡੇ ਕਰ ਬੈਸਣ ਦੀਜੈ। ਜੇ ਕੋਈ ਰੱਬ ਦਾ ਪਿਆਰਾ ਮੈਨੂੰ ਰੱਬ ਦੇ ਦਰ ਦੀ ਕੋਈ ਵਿਚਾਰ ਸੁਣਾਉਣੀ ਕਰੇ, ਮੇਰੀ ਚਿੱਤ ਦੀ ਟੁੱਟੀ ਬਿਰਤੀ ਨੂੰ ਗੰਢ ਦੇਵੇ ਪਰਮਾਤਮਾ ਨਾਲ, ਉਹਦੇ ਬਦਲੇ ਮੈਂ ਆਪਣਾ ਸੀਸ ਸਿਰ ਵੱਢ ਕਰਕੇ ਬੈਸਣ ਦੀਜੈ, ਉਹਨੂੰ ਬੈਠਣ ਵਾਸਤੇ ਮੂੜਾ ਬਣਾ ਕੇ ਦੇ ਦਿਆਂ। ਤੇ ਫਿਰ ਉਸ ਤੋਂ ਬਾਅਦ ਬਿਨ ਸਿਰ ਸੇਵਕ ਰੀਜੈ, ਸਿਰ ਤੋਂ ਬਿਨਾ ਹੋ ਕਰਕੇ ਮੈਂ ਸੇਵਾ ਕਰਾਂ। ਜੇ ਕੋਈ ਕਹੇ ਵੀ ਕਿਸ ਤਰ੍ਹਾਂ ਹੋ ਸਕਦਾ ਹੈ, ਤਾਂ ਸਾਧ ਸੰਗਤ ਜੀ ਜਿਹੜਾ ਸੀਸ ਵੱਡੇ ਕਰ ਬੈਸਣ ਦੀਜੈ, ਸੀਸ ਸਿਰ ਕੀ ਹੈ? ਬੰਦੇ ਦਾ ਹੰਕਾਰ। ਹੰਕਾਰ ਕਿੱਥੇ? ਦੇ ਸਿਰ ਦੇ ਵਿੱਚ ਹੈ। ਇਸ ਕਰਕੇ ਝੁਕਣਾ ਨਹੀਂ ਜਾਣਦਾ ਹੰਕਾਰੀ ਬੰਦਾ। ਜਦੋਂ ਨਿਰਮਾਣਤਾ ਆ ਜਾਂਦੀ, ਹੰਕਾਰ ਨਿਕਲ ਜਾਂਦਾ, ਉਹ ਧਰਤੀ ਤੇ ਲੰਬਿਆਂ ਪੈ ਕੇ ਵੀ ਡੰਡੌਤ ਬੰਦਨਾ ਕਰੇਗਾ। ਜੇ ਹੰਕਾਰ ਹੈ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਾਂਦਾ ਹੋਵੇ, ਕਦੇ ਸਿਰ ਹੀ ਨਹੀਂ ਝੁਕੇਗਾ। ਇਹ ਹੰਕਾਰ ਬੰਦੀ ਦੀ ਨਿਸ਼ਾਨੀ ਹੁੰਦੀ ਹੰਕਾਰੀਆਂ ਦੀ। ਉਹ ਜਿਹੜਾ ਐਸਾ ਹੰਕਾਰ ਦਾ ਸਿਰ ਵੱਢ ਕਰਕੇ ਬੈਠਣ ਵਾਸਤੇ ਰੱਬ ਦੇ ਪਿਆਰੇ ਦੇ ਹੇਠਾਂ ਰੱਖਦੇ ਆ, ਫਿਰ ਹੰਕਾਰ ਦੇ ਸਿਰ ਤੋਂ ਬਿਨਾ ਹੋ ਕਰਕੇ ਨਿਰਮਾਣਤਾ ਵਿੱਚ ਆ ਕੇ ਨਿਮਰਤਾ ਵਾਲਾ ਬਣ ਕਰਕੇ ਉਹਦੀ ਸੇਵਾ ਕਰਨੀ ਕਰਾਂ। ਕਿਉ ਨਾ ਮਰੀਜੈ ਜੀੜਾ ਨਾ ਦੀਜੈ, ਜਾ ਸਹੁ ਭਇਆ ਵਿਡਾਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਬਾਬਾ ਰਾਮ ਥੰਮਣ ਜੀ, ਤੇ ਤੁਸੀਂ ਏਡੀ ਵੱਡੀ ਇਹ ਕਿਉਂ ਏਡੀ ਖੇਚਲ ਕਰਦੇ ਹੋ? ਸਿਰ ਵੱਢ ਕੇ ਦੇਣਾ ਤੇ ਸਿਰ ਤੋਂ ਬਿਨਾ ਫਿਰ ਸੇਵਾ ਕਰਨੀ। ਬਾਬਾ ਦੀਪ ਸਿੰਘ ਜੀ ਦੇ ਵਾਂਗ ਉਹਨਾਂ ਨੇ ਧਰਮ ਦੀ ਜਿਹੜੀ ਸੇਵਾ ਕੀਤੀ, ਪ੍ਰੇਮ ਦੀਆਂ ਖੇਡਾਂ ਖੇਡੀਆਂ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਪ੍ਰਤੱਖ ਉਹਨਾਂ ਨੇ ਤਲੀ, ਖੱਬੀ ਤਲੀ ਤੇ ਸੀਸ ਰੱਖ ਕੇ ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਪਕੜ ਕੇ, ਦੇਖੋ ਸਾਧ ਸੰਗਤ, ਟਾਹਲਾ ਸਾਹਿਬ ਸਥਾਨ ਤੋਂ ਇੱਥੇ ਲਿਆ ਕੇ ਪ੍ਰਕਰਮਾਂ ਵਿੱਚ ਸਤਿਗੁਰੂ ਜੀ ਨੂੰ ਆਪਣਾ ਸੀਸ ਭੇਟਾ ਉਹਨਾਂ ਨੇ ਕੀਤਾ। ਕਿੰਨੇ ਦੁਸ਼ਮਣਾਂ ਦੇ ਰਸਤੇ ਵਿੱਚ ਆਹੂ ਲਾਹੇ, ਵੱਡੇ ਵੱਡੇ ਸੂਬੇਦਾਰ ਜ਼ੁਲਮੀ ਮੌਤ ਦੇ ਘਾਟ ਉਤਾਰੇ, ਤੇ ਇਹ ਕਰਨੀ ਵਾਲੇ, ਕਮਾਈ ਵਾਲੇ ਬਿਨਾਂ ਸਿਰ ਤੋਂ ਵੀ ਸੇਵਾ ਕਰਦੇ ਨੇ। ਕਿਉਂ ਨਾ ਮਰੀਜਿਆ ਜੀੜਾ ਨਾ ਦੀਜੈ। ਜੇ ਕੋਈ ਪੁੱਛੇ ਵੀ ਇੰਨੀ ਸੇਵਾ ਤੁਸੀਂ ਕਿਉਂ ਕਰਦੇ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ, ਉਹ ਰੱਬ ਦਾ ਪਿਆਰਾ ਕਹਿੰਦਾ, ਕਿਉਂ ਨਾ ਮਰੀਜੈ, ਕਿਉਂ ਨਾ ਇਸ ਵਾਸਤੇ ਮਰੀਜੈ ਮੈਂ ਮਰ ਜਾਵਾਂ। ਜੀੜਾ ਨਾ ਦੀਜੈ, ਕਿਉਂ ਨਾ ਆਪਣਾ ਜੀੜਾ ਜਿਹੜਾ ਜੀਵਨ ਹੈ, ਆਪਣੀ ਜ਼ਿੰਦਗੀ ਮੈਂ ਇਸ ਗੁਰੂ ਦੇ ਪਿਆਰੇ ਨੂੰ ਭੇਟਾ ਕਰਦੇ ਆ। ਜਾ ਸਹੁ ਭਇਆ ਵਡਾਣਾ, ਜਾਂ ਜਿਸ ਕਰਕੇ ਸਹੁ ਜਿਹੜਾ ਮੇਰਾ ਪਤੀ ਪਰਮਾਤਮਾ ਵਾਹਿਗੁਰੂ ਵਡਾਣਾ ਬਗਾਨਿਆਂ ਦਾ ਹੋਇਆ ਪਿਆ ਸੀ, ਉਹ ਮੇਰਾ ਬਣ ਗਿਆ। ਜਿਹਨੂੰ ਭਗਤਾਂ ਨੇ ਬਸ ਵਿੱਚ ਕਰ ਲਿਆ ਸੀ, ਜਿਹਦੀ ਕਿਰਪਾ ਗੁਰੂ ਦੇ ਪਿਆਰੇ ਦੇ ਬਚਨਾਂ ਨੂੰ ਕਮਾ ਕੇ ਮੈਨੂੰ ਪਰਮਾਤਮਾ ਮਿਲ ਗਿਆ, ਉਹਨੂੰ ਸਿਰ ਵੀ ਵੱਢ ਕੇ ਭੇਟਾ ਕਰਦਿਆਂ ਤੇ ਸਾਰੀ ਜਿੰਨੀ ਜ਼ਿੰਦਗੀ ਜੀਵਨ ਉਹਦੀ ਸੇਵਾ ਵਿੱਚ ਲਾ ਦਿਆਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬਾਬਾ ਰਾਮ ਥੰਮਣ ਜੀ, ਹੁਣ ਪਰਮਾਤਮਾ ਦੇ ਦਰ ਤੇ ਤੁਹਾਡਾ ਜਪ ਤਪ ਕਬੂਲਿਆ ਗਿਆ। ਹੁਣ ਤੁਹਾਡੇ ਅੰਦਰੋਂ ਹੰਕਾਰ ਨਿਕਲ ਗਿਆ, ਹਉਮੈ ਨਿਵਿਰਤ ਹੋ ਗਈ, ਤੇ ਹੁਣ ਤੁਸੀਂ ਪਰਮਾਤਮਾ ਦੇ ਸਦਾ ਆਨੰਦ ਮਾਣੋਗੇ। ਸਤਿਗੁਰੂ ਦੀ ਕਿਰਪਾ ਨਾਲ ਫਿਰ ਐਸੀ ਚਿੱਤ ਦੀ ਵਿਰਤੀ ਬਾਬਾ ਰਾਮ ਥੰਮਣ ਜੀ ਦੀ ਜੁੜੀ ਨਿਰੰਕਾਰ ਦੇ ਨਾਲ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਉਹਨਾਂ ਦੀ ਅਭੇਦਤਾ ਬਣ ਗਈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਬਾਬਾ ਰਾਮ ਥੰਮਣ ਜੀ ਦੇ ਪਰਥਾਏ ਇਹ ਸ਼ਬਦ ਉਚਾਰਨ ਕਰਕੇ ਟੁੱਟੀ ਸੁਰਤ ਉਹਨਾਂ ਦੀ ਗੰਢ ਕੇ ਪਰਮਾਤਮਾ ਵਿੱਚ ਮੇਲ ਦਿੱਤਾ। ਸਤਿਗੁਰੂ ਜੀ ਤਰਸ ਕਰੋ, ਕਿਰਪਾ ਕਰੋ, ਮਿਹਰ ਕਰੋ। ਸਾਡੀਆਂ ਵੀ ਚਿੱਤ ਦੀਆਂ ਬਿਰਤੀਆਂ ਟੁੱਟੀਆਂ ਨੇ, ਸਾਡੀਆਂ ਵੀ ਟੁੱਟੀਆਂ ਚਿੱਤ ਦੀਆਂ ਬਿਰਤੀਆਂ ਗੰਢ ਕਰਕੇ ਸਾਨੂੰ ਵੀ ਬ੍ਰਹਮ ਸਰੂਪ ਦੇ ਵਿੱਚ ਲੀਨ ਕਰ ਦਿਓ।
ਇਹ ਅਰਦਾਸ ਬੇਨਤੀ ਜੇ ਕਰਾਂਗੇ ਸਤਿਗੁਰਾਂ ਦੇ ਚਰਨਾਂ ਵਿੱਚ, ਸਾਡੇ ਵਾਸਤੇ ਕਿਰਪਾ ਨਹੀਂ ਮੁੱਕ ਗਈ, ਦਇਆ ਨਹੀਂ ਖਤਮ ਹੋਈ ਗੁਰੂ ਨਾਨਕ ਸਾਹਿਬ ਦੇ ਦਰ ਵਿੱਚ। ਘਾਟ ਸਾਡੀ ਹੈ, ਨਿਮਰਤਾ ਸਾਡੇ ਵਿੱਚ ਨਹੀਂ ਆਉਂਦੀ, ਤੇ ਅਰਦਾਸ ਬੇਨਤੀ ਕਰਨੀ ਸਾਨੂੰ ਨਿਰਮਾਣਤਾ ਵਾਲੇ ਬਣ ਕੇ ਨਹੀਂ ਆਉਂਦੀ ਹੈ। ਤੇ ਜਦੋਂ ਨਿਮਰਤਾ ਵਿੱਚ ਅਰਦਾਸ ਬੇਨਤੀ ਵੈਰਾਗੀ ਹੋ ਕੇ ਕੋਈ ਕਰਦਾ, ਫਿਰ ਸਾਰੀਆਂ ਬਖਸ਼ਿਸ਼ਾਂ ਸਤਿਗੁਰੂ ਝੋਲੀ ਵਿੱਚ ਪਾ ਦਿੰਦੇ ਨੇ। ਸੋ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਦੇ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਸਮੇਂ ਦੀ ਸੰਪੂਰਨਤਾ ਹੈ, ਸ਼ਬਦ ਮੇਰਾ ਸੀ, ਇਸ ਲਈ ਇੱਕੋ ਹੀ ਸ਼ਬਦ ਹੁਕਮਨਾਮਾ ਸਾਹਿਬ ਜੀ ਦਾ ਅੱਜ ਦੀ ਕਥਾ ਦੇ ਵਿੱਚ ਆਪਾਂ ਰਲ ਮਿਲ ਕਰਕੇ ਵਿਚਾਰਿਆ। ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਓ ਜੀ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ। ਸੀਸ ਵੱਡੇ ਕਰ ਬੈਸਨ ਦੀਜੈ, ਵਿਨ ਸਿਰ ਸੇਵ ਕਰੀਜੈ, ਕਿਉ ਨਾ ਮਰੀਜੈ, ਜੀੜਾ ਨਾ ਦੀਜੈ, ਜਾ ਸਾਹੂ ਭਇਆ ਵਿਡਾੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।